ਸਮੇਂ ਦੀ ਹਕੂਮਤ ਦਾ ਵਿਰੋਧ ਕਰਦਾ ਹਰ ਇੱਕ ਬੰਦਾ ਹੀ ਆਤੰਕਵਾਦੀ ਹੈ। ਇਸ ਟਾਈਮ ਤੇ ਅਗਰ ਸਿਮਰਜੀਤ ਮਾਨ ਵਿਰੋਧ ਕਰੂਗਾ ਤਾਂ ਉਹ ਵੀ ਆਤੰਕਵਾਦੀ ਹੈ। ਅਗਰ ਭਿੰਡਰਾਣਾ ਨੇ ਕੀਤਾ ਸੀਗਾ ਸਰਕਾਰ ਦੇ ਲਈ ਉਹ ਵੀ ਆਤੰਕਵਾਦੀ ਹੈ। ਦੇਸ਼ ਆਜ਼ਾਦ ਕਰਾਉਣ ਤੱਕ ਤਾਂ ਉਹ ਹੀਰੋ ਸੀਗਾ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਹੀਰੋ ਸੀਗਾ, ਸਿਮਰਜੀਤ ਦੇ ਬਿਆਨ ਤੋਂ ਪਹਿਲਾਂ ਵੀ ਹੀਰੋ ਸੀਗਾ, ਹੁਣ ਆ ਕੇ ਉਹ ਵਿਲਨ ਬਣ ਗਿਆ। ਉਹਨਾਂ ਦੀ ਫੋਟੋ ਨੂੰ ਤੁਸੀਂ ਮੰਗ ਕਰ ਰਹੇ ਹੋ, ਤੁਹਾਡੀ ਫੈਮਿਲੀ ਮੰਗ ਕਰ ਰਹੀ ਕਿ ਦਰਬਾਰ ਸਾਹਿਬ ਚੋਂ ਹਟਾ ਦਿਓ। ਕਿਉਂ ਬਈ? ਦਰਬਾਰ ਸਾਹਿਬ ਤੁਹਾਡੇ ਇਕੱਲਿਆਂ ਦਾ? ਤੁਸੀਂ ਖਰੀਦਿਆ ਹੋਇਆ ਅਜਾਇਬ ਘਰ? ਕਿਸੇ ਦੀ ਵੀ ਫੋਟੋ ਲਾ ਦਿਓ ਤੇ ਕਿਸੇ ਦੀ ਵੀ ਹਟਾ ਦਿਓ। ਲੋਕੀ ਨਾ ਉਹ ਇੱਕ ਥਾਲੀ 'ਚ ਪਏ ਹੋਏ ਬਤਾਊ ਹੋ ਗਏ ਆ, ਜਿੱਧਰ ਨਿਮਾਣ ਦਿਖਿਆ ਉਧਰ ਨੂੰ ਰਿੜ ਗਏ। ਇਦਾਂ ਗਾਉਂਦਾ ਸਾਡੇ ਜਵਾਕ ਵਿਗਾੜ ਤੇ ਜਿਹੜੇ ਗਾਲਾਂ ਕੱਢਦੇ ਹੁੰਦੇ ਸੀਗੇ ਨਾ, ਉਹ ਲੋਕ ਮੂਹਰੇ ਹੋ ਕੇ ਉਹਨਾਂ ਦੇ ਘਰੇ ਗਏ ਹਨਾ। ਉਹ ਲੋਕ ਫਿਰ ਉਹਨਾਂ ਨੇ ਮੀਡੀਆ ਵਿੱਚ ਵੀ ਬਿਆਨ ਦਿੱਤੇ। ਜਿਉਂਦਿਆਂ ਉਹਨਾਂ ਨੂੰ ਲਾਹਨਤਾਂ ਪਾਉਂਦੇ ਹੋ, ਮਰਨ ਤੋਂ ਬਾਅਦ ਉਹਨਾਂ ਨੂੰ ਫੁੱਲਾਂ ਦਾ ਹਾਰ ਪਾਉਂਦੇ ਹੋ। ਭਗਤ ਸਿੰਘ, ਦੀਪ ਸਿੱਧੂ, ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਪੰਜਾਬ ਦੇ ਉਹ ਕੌਮੀ ਹੀਰੇ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੀ ਗੱਲ ਕੀਤੀ, ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕੀਤੀ। ਅੱਜ ਇਹ ਸਾਡੇ ਵਿੱਚ ਮੌਜੂਦ ਨਹੀਂ ਨੇ, ਲੇਕਿਨ ਹਰ ਕੋਈ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਿਹਾ। ਹਾਲ ਹੀ ਦੇ ਵਿੱਚ ਇੱਕ ਗਾਣਾ ਆਇਆ, ਸੱਚ ਦਾ ਸੁਨੇਹਾ, ਜਿਸ ਨੂੰ ਸੁਣਨ ਤੋਂ ਬਾਅਦ ਹਰ ਕੋਈ ਹੈਰਾਨ ਹੈ, ਕਿਉਂਕਿ ਉਸ ਗਾਣੇ ਦੇ ਵਿੱਚ ਕੱਲੀ ਗੱਲ ਸੁਣਨ ਵਾਲੀ ਹੈ। ਤੇ ਜਿਨ੍ਹਾਂ ਨੇ ਉਹ ਗਾਣਾ ਲਿਖਿਆ ਹੈ, ਗਾਇਆ ਹੈ ਤੇ ਕੰਪੋਜ਼ ਕੀਤਾ, ਉਹ ਸਾਡੇ ਨਾਲ ਮੌਜੂਦ ਨੇ। ਸੁਖਬੀਰ ਗਿੱਲ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂੰਗੀ ਕਿ ਇਹ ਗਾਣਾ ਕਿਸ ਤਰ੍ਹਾਂ ਦਿਮਾਗ 'ਚ ਆਇਆ, ਜਾਂ ਇਹ ਚੀਜ਼ਾਂ ਕਿਸ ਤਰ੍ਹਾਂ ਲਿਖਣ ਦਾ ਸੋਚੇ ਕਿ ਹਾਂ ਮਤਲਬ ਜੋ ਚੀਜ਼ਾਂ ਬੀਤੀਆਂ ਹੋਈਆਂ ਹੁਣ ਇਸ ਟਾਈਮ, ਇਸ ਦੇ ਹਾਲਾਤਾਂ 'ਚ ਵੈਸੇ ਤਾਂ ਸਾਰੇ ਹੀ ਕੁਛ ਨਾ ਕੁਛ ਲਿਖ ਰਹੇ ਨੇ, ਜੋ ਦੀਪ ਸਿੱਧੂ ਦੇ ਨਾਲ ਹੋਇਆ ਜਾਂ ਸਿੱਧੂ ਮੂਸੇਵਾਲੇ ਦੇ ਨਾਲ ਹੋਇਆ, ਪਰ ਤੁਸੀਂ ਗੱਲ ਕੀਤੀ ਹੋਈ ਹੈ ਭਗਤ ਸਿੰਘ ਦੀ ਗੱਲ ਕੀਤੀ ਹੋਈ ਹੈ, ਹੋਰ ਵੀ ਕਈ ਲੋਕਾਂ ਦੀ ਗੱਲ ਕੀਤੀ ਹੋਈ ਹੈ। ਐਕਚੁਅਲ ਦੇ ਵਿੱਚ ਇਹ ਗਾਣੇ ਦਾ ਥਾਟ ਮੈਨੂੰ ਜਦੋਂ ਆਇਆ ਸੀਗਾ, ਮੈਂ ਨਾ ਇੰਡਸਟਰੀ 'ਚ ਮੈਨੂੰ ਵਿਚਰਦੇ ਨੂੰ 10 ਸਾਲ ਹੋ ਗਏ ਨੇ, ਫਿਲਮ ਇੰਡਸਟਰੀ ਨਾ। ਮੈਂ ਇੱਕ ਚੀਜ਼ ਨੋਟ ਕੀਤੀ ਆ, ਇੱਥੇ ਹਰ ਕੋਈ ਨਾ ਮਾੜਾ ਬੋਲੂਗਾ ਜਿੰਨਾ ਚਿਰ ਤੱਕ ਉਹ ਸਿੰਗਰ ਜਿਉਂਦਾ ਰਹੂਗਾ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਆ, ਸਿੱਧੂ ਮੂਸੇਵਾਲਾ ਬਾਈ ਦੀ ਵੀ ਹਨਾ, ਦੀਪ ਸਿੱਧੂ ਵੀ ਇੰਡਸਟਰੀ 'ਚ ਹੀ ਰਹੇ ਨੇ ਹਨਾ। ਜਿੰਨਾ ਚਿਰ ਉਹ ਰਹੇ ਨੇ, ਕਿਸੇ ਨੇ ਉਹਨਾਂ ਦੀ ਫਿਲਮ ਨਹੀਂ ਦੇਖੀ। ਮੈਂ ਕਹਿੰਦਾ ਵਾ, ਸਿੱਧੂ ਬਾਈ ਦੀ ਫਿਲਮ ਵੀ ਫਲੋਪ ਕੀਤੀ ਲੋਕਾਂ ਨੇ, ਉਹਨਾਂ ਨੂੰ ਕਈ ਚੀਜ਼ਾਂ ਮਾੜੀਆਂ ਵੀ ਕਹੀਆਂ ਹਨਾ, ਵੀ ਏਦਾਂ ਗਾਉਂਦਾ ਸਾਡੇ ਜਵਾਕ ਵਿਗਾੜ ਤੇ ਬੜਾ ਮਤਲਬ ਵਿਰੋਧ ਵੀ ਹੋਇਆ ਉਸ ਚੀਜ਼ ਦਾ। ਫਿਰ ਉਸ ਤੋਂ ਬਾਅਦ ਜਿਹੜੇ ਬੰਦੇ ਉਹਦਾ ਵਿਰੋਧ ਕਰ ਰਹੇ ਸੀਗੇ ਹਨਾ, ਇਨਫੈਕਟ ਮੈਂ ਤੁਹਾਨੂੰ ਆਪਣੀ ਪਰਸਨਲ ਗੱਲ ਦੱਸਦਾ, ਮੈਂ ਬਹੁਤ ਜ਼ਿਆਦਾ ਵੱਡਾ ਫੈਨ ਨਹੀਂ ਸੀਗਾ ਉਸ ਟਾਈਮ ਦੇ ਉੱਤੇ ਬਾਈ ਦਾ। ਮੈਂ ਮਤਲਬ ਗਾਣੇ ਸੁਣਦਾ ਸੀਗਾ, ਇੱਕ ਦੋ ਗਾਣੇ ਸੀਗੇ ਜਿਹੜੇ ਮੇਰੀ ਪਲੇਲਿਸਟ ਡੇਲੀ ਵਾਲੇ ਸੀਗੇ ਹਨਾ, ਉਹਨਾਂ ਦੇ ਸਾਰੇ ਗਾਣਿਆਂ ਚੋਂ। ਤੇ ਪਰ ਮੈਂ ਨਾ ਬਹੁਤ ਡੀਪਲੀ ਉਹਨਾਂ ਦੇ ਗਾਣੇ ਨਹੀਂ ਦੇਖੇ। ਪਰ ਜਦੋਂ ਉਹਨਾਂ ਦੀ ਡੈਥ ਹੁੰਦੀ, ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਦੇ ਗਾਣੇ ਸੁਣੇ, ਫਿਰ ਮੈਂ ਉਹਨਾਂ ਲੋਕਾਂ 'ਚ ਵਿਚਰਿਆ ਜਿਹੜੇ ਗਾਣਾ ਕੱਢਦੇ ਹੁੰਦੇ ਸੀਗੇ ਨਾ। ਉਹ ਲੋਕ ਮੂਹਰੇ ਹੋ ਕੇ ਉਹਨਾਂ ਦੇ ਘਰੇ ਗਏ ਹਨਾ। ਉਹ ਲੋਕ ਫਿਰ ਉਹਨਾਂ ਨੇ ਮੀਡੀਆ ਵਿੱਚ ਵੀ ਬਿਆਨ ਦਿੱਤੇ ਹਨਾ, ਵੱਡੀਆਂ ਪੋਸਟਾਂ ਲਿਖ ਕੇ ਪਾਈਆਂ। ਮਤਲਬ ਉਹੀ ਲੋਕ ਜਿਹੜੇ ਵਿਰੋਧ ਕਰਦੇ ਸੀਗੇ, ਉਹ ਫਿਰ ਪੱਖ 'ਚ ਹੋ ਜਾਂਦੇ ਆ ਬੰਦੇ ਦੇ ਜਾਣ ਤੋਂ ਬਾਅਦ, ਕਿਉਂਕਿ ਉਹ ਬੰਦਾ ਆਪ ਬਿਆਨ ਨਹੀਂ ਦੇ ਸਕਦਾ। ਉਹ ਨਹੀਂ ਦੱਸ ਸਕਦਾ ਵੀ ਤੂੰ ਝੂਠਾ ਹੈ ਸੱਚਾ ਹੈ। ਤੇ ਫਿਰ ਆਪਣੇ ਆਪ ਨੂੰ ਸੱਚਾ ਪ੍ਰੂਫ ਕਰਨ ਲਈ ਲਿਖਿਆ ਸੀਗਾ। ਮਤਲਬ ਮੈਂ ਜਿਹੜਾ ਇਹ ਵਾਲਾ ਗਾਣਾ ਸੀਗਾ, ਉਹਨਾਂ ਨੂੰ ਥੋੜਾ ਸ਼ਰਮਿੰਦਾ ਕਰਨ ਲਈ ਲਿਖਿਆ ਸੀਗਾ ਵੀ ਤੁਸੀਂ RIP ਲਿਖ ਕੇ ਫੋਟੋਆਂ ਦੇ ਹੱਥ ਜੋੜ ਕੇ ਹਨਾ ਲਿਖ ਕੇ ਪਾ ਦਿੰਦੇ ਹੋ, ਪਰ ਅੰਦਰੋਂ ਤੁਸੀਂ ਕੀ ਸੋਚਦੇ ਸੀ ਉਹਦੇ ਬਾਰੇ ਜਾਂ ਕੀ ਕਰਦੇ ਸੀ, ਉਹ ਸਾਰਿਆਂ ਨੂੰ ਪਤਾ ਆ। ਸੇਮ ਵਿਦ ਦੀਪ ਸਿੱਧੂ ਬਾਈ, ਸੇਮ ਵਿਦ ਨੰਗਲ ਅੰਮੀਆਂ। ਜਦੋਂ ਮੇਰੇ ਤਾਂ ਗਾਣੇ ਦੀ ਰਿਲੀਜ਼ ਤੋਂ ਬਾਅਦ ਮੈਨੂੰ ਕਈਆਂ ਨੇ ਫੋਨ ਕਰਕੇ ਵੀ ਇੰਨੀ ਗੱਲ ਕਹੀ ਹੈ ਕਿ ਆਪਣਾ ਤੂੰ ਇਹਨਾਂ ਦਾ ਪੋਸਟਰ ਕਿਉਂ ਲਾਇਆ ਨਾਲ, ਇਹਨਾਂ ਦੇ ਐਂ ਕਰਤਾ ਸੀ, ਕਬੱਡੀ ਖਿਡਾਰੀ 'ਚ ਏਦਾਂ ਹੋਇਆ ਸੀ ਜਿਉਂ ਹੋਇਆ ਸੀ। ਮੈਂ ਕਿਹਾ ਮੈਂ ਤਾਂ ਇਹਨਾਂ ਨੂੰ ਤਾਂ ਰਿਪਰੈਜ਼ੈਂਟ ਕੀਤਾ ਹੈ, ਸਿਰਫ ਮੇਰਾ ਇੱਕ ਹੀ ਕਾਰਨ ਸੀਗਾ ਕਿ ਅਗਰ ਸਾਡੇ ਪੰਜਾਬ ਦਾ ਨਾਮ ਉਹ ਅੱਗੇ ਲੈ ਕੇ ਗਏ ਨੇ, ਉਹਨਾਂ ਦੇ ਮਰਨ ਦਾ ਸਾਨੂੰ ਦੁੱਖ ਹੈ, ਤੁਸੀਂ ਉਹਨਾਂ ਦੇ ਜਿਉਂਦਿਆਂ ਉਹਨਾਂ ਨੂੰ ਲਾਹਨਤਾਂ ਪਾਉਂਦੇ ਹੋ, ਮਰਨ ਤੋਂ ਬਾਅਦ ਉਹਨਾਂ ਨੂੰ ਫੁੱਲਾਂ ਦਾ ਹਾਰ ਪਾਉਂਦੇ ਹੋ। ਦੋਗਲਾਪਨ ਨਾ ਰੱਖੀਏ ਨਾ, ਇਹ ਇੱਕ ਤਰੀਕੇ ਦੀ ਹੀ ਗੱਲ ਰੱਖੀਏ। ਸੋ ਮੇਰਾ ਮੇਨ ਮੋਟਿਵ ਇਹ ਸੀਗਾ ਗਾਣਾ ਲਿਖਣ ਦੇ ਪਿੱਛੇ। ਐਂਡ ਸਿੱਧੂ ਬਾਈ ਦੀ ਡੈਥ ਤੋਂ ਬਾਅਦ ਮੈਨੂੰ ਲੱਗਿਆ ਕੁਝ ਰਿਐਲਿਟੀ ਜ਼ਰੂਰ ਲਿਖਣੀ ਚਾਹੀਦੀ ਹੈ। ਕੋਈ ਗੱਲ ਤੁਹਾਨੂੰ ਲੱਗਦਾ ਕਿ ਕਿਉਂਕਿ ਜਿਸ ਤਰੀਕੇ ਨਾਲ ਦੇਖ ਰਹੇ ਇਹਨਾਂ ਦੇ ਜਾਣ ਤੋਂ ਬਾਅਦ ਲੋਕ ਟ੍ਰਿਬਿਊਟ ਦੇ ਰਹੇ ਨੇ ਗਾਣਿਆਂ ਦੇ ਰਾਹੀਂ, ਇਹ ਤੁਹਾਨੂੰ ਲੱਗਦਾ ਹੈ ਕਿ ਉਹ ਕਲਾਕਾਰਾਂ ਦੀ ਅਗਰ ਗੱਲ ਕਰ ਲਈਏ ਕਿ ਕਲਾਕਾਰ ਵੀ ਕਿਤੇ ਨਾ ਕਿਤੇ ਸੱਚੇ ਹੈਗੇ ਨੇ ਇਸ ਟਾਈਮ ਤੇ, ਮਤਲਬ ਜੋ ਪਹਿਲਾਂ ਕਦੀ ਸਿੱਧੂ ਦੀ ਗੱਲ ਨਹੀਂ ਹੋਈ ਸੀ ਸ਼ਾਇਦ, ਤੇ ਅੱਜ ਉਹੀ ਕਲਾਕਾਰ ਸਿੱਧੂ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਈ ਗਾਣਿਆਂ ਦੇ ਵਿੱਚ।
ਕਈ ਕਲਾਕਾਰਾਂ ਨੂੰ ਪਰਸਨਲੀ ਵੀ ਜਾਣਦਾ, ਜਿਵੇਂ ਹਨਾ ਉਹ ਮਤਲਬ ਜਿਹੜੇ ਲੋਕ ਐਕਚੁਅਲ ਚ ਵਰਤਦੇ ਸੀਗੇ। ਮੈਂ ਇਹਨਾਂ ਨੂੰ ਸਿੱਧੂ ਭਾਈ ਨੂੰ ਮਿਲਿਆ ਸੀਗਾ ਪਰਮੀਸ਼ ਭਾਈ ਦੇ ਵਿਆਹ ਦੇ ਉੱਤੇ ਹਨਾ, ਤੇ ਉਦੋਂ ਇੱਕ ਬੰਦੇ ਦਾ ਇੱਕ ਰੁਤਬਾ ਪਤਾ ਲੱਗਦਾ ਆ, ਤੁਹਾਨੂੰ ਮਿਲ ਕੇ ਬੰਦਾ ਜਾਂ ਵਾਹ ਪੈ ਜਾਣੀ ਹੈ ਜਾਂ ਰਾਹ ਪੈ ਜਾਣੀ ਹੈ। ਠੀਕ ਹੈ ਜੀ, ਮੈਂ ਇਹਨਾਂ ਨਾਲ ਕਦੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਨਾ, ਮੈਂ ਵੀਡੀਓ ਕਰਨ ਦਾ ਮੌਕਾ ਨਹੀਂ ਮਿਲਿਆ, ਪਰ ਜਿੰਨੀ ਕਿ ਮੈਂ ਇੰਡਸਟਰੀ ਜਿੰਨਾ ਲੋਕਾਂ 'ਚ ਬਹਿੰਦੇ ਸੀਗੇ ਉਹਨਾਂ ਤੋਂ ਤਾਰੀਫ ਬਹੁਤ ਜ਼ਿਆਦਾ ਸੁਣੀ ਹੈ ਹਨਾ, ਤੇ ਇਹਨਾਂ ਦੇ ਯਾਰਾਂ ਦੋਸਤਾਂ 'ਚ ਪੂਰੀ ਤਾਰੀਫ ਸੁਣੀ ਆ। ਤਾਂ ਮੈਨੂੰ ਲੱਗਦਾ ਜਿਹੜੇ ਸਿੰਗਰ ਜਿਹੜੇ ਉਹਨਾਂ ਦੇ ਪਹਿਲਾਂ ਵੀ ਹੱਕ 'ਚ ਸੀਗੇ ਉਹ ਪੋਸਟਾਂ ਪਾ ਰਹੇ ਨੇ, ਠੀਕ ਹੈ, ਜਿਹੜੇ ਉਸ ਟਾਈਮ ਦੇ ਉੱਤੇ ਬੜਾ ਮਾੜਾ ਬੋਲਦੇ ਰਹੇ, ਬੜਾ ਹਨਾ ਕੰਟਰੋਵਰਸੀਜ਼ ਕ੍ਰੀਏਟ ਕਰਦੇ ਰਹੇ, ਜਦੋਂ ਉਹ ਆਪਣੇ ਆਪ ਨੂੰ ਸੱਚਾ ਪ੍ਰੂਫ ਕਰਨ ਦੇ ਲਈ ਫੋਟੋਆਂ ਤੇ ਉਹ ਲਿਖ ਕੇ ਪਾਉਂਦੇ ਨਾ ਵੀ ਅਸੀਂ ਬਹੁਤ ਸੱਚੇ ਸੀ, ਅਸੀਂ ਬੜੇ ਨੇੜੇ ਸੀ ਬਾਈ ਦੇ ਹਨਾ, ਜਿਹੜੇ ਪਿੱਠ ਪਿੱਛੇ ਗਾਲਾਂ ਕੱਢਦੇ ਹੁੰਦੇ ਸੀ ਮਹਿਫਲਾਂ 'ਚ ਬੈਠੇ ਸਾਡੇ ਸਾਹਮਣੇ ਕਈ ਮਾੜਾ ਬੋਲਦੇ ਰਹੇ, ਫਿਰ ਉਸ ਤੋਂ ਬਾਅਦ ਉਹ ਚੰਗੇ ਬਣ ਗਏ, ਫਿਰ ਉੱਥੇ ਗੁੱਸਾ ਆਉਂਦਾ ਉਹਨਾਂ ਗੱਲਾਂ ਤੇ। ਤੁਸੀਂ ਨਾ ਇਸ ਜਦੋਂ ਅਸੀਂ ਗਾਣਾ ਦੇਖ ਰਹੇ ਸੀ ਢਿੰਡਰਾਵਾਲੇ ਦੀ ਕਲਿੱਪ ਜਿਹੜੀ ਯੂਜ਼ ਕੀਤੀ ਗਈ ਆ, ਉਹਦਾ ਕੀ ਮਤਲਬ? ਅੱਛਾ ਜੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਨਾ ਇੱਕ ਸਪੀਚ ਦੇ ਵਿੱਚ ਕਿਹਾ ਸੀਗਾ ਕਿ ਜਿਹੜਾ ਪਖੰਡੀ ਬਾਪੂ ਗਾਂਧੀ ਹੈ ਨਾ, ਉਹਨੇ ਦੇਸ਼ ਆਜ਼ਾਦ ਨਹੀਂ ਕਰਾਇਆ। ਐਂਡ ਇਹ ਜਿਹੜੀ ਕਲਿੱਪ ਹੈ ਮੈਨੂੰ ਗਾਣਾ ਲਿਖਣ ਤੋਂ ਬਾਅਦ ਰਿਲੀਜ਼ ਟਾਈਮ ਤੇ ਮਿਲੀ ਆ ਫੇਸਬੁੱਕ ਤੇ, ਜਦੋਂ ਮੈਂ ਰਿਲੀਜ਼ ਕਰਨਾ ਸੀ ਉਹ ਤੋਂ ਇੱਕ ਦਿਨ ਪਹਿਲਾਂ ਮੈਂ ਦੁਬਾਰਾ ਰੈਂਡਰ ਕੀਤਾ ਗਾਣਾ ਇਸ ਕਲਿੱਪ ਨੂੰ ਲੈ ਕੇ, ਕਿਉਂਕਿ ਅੱਜ ਕੱਲ ਨਾ ਹੁਣ ਕੀ ਮਾਹੌਲ ਚੱਲ ਰਿਹਾ ਇਸ ਟਾਈਮ ਦੇ ਉੱਤੇ ਨਾ, ਇੱਕ ਦੇਸ਼ ਦਾ ਐਡਾ ਵੱਡਾ ਸ਼ਹੀਦ ਹੋਇਆ ਹੋਵੇ ਹਨਾ, ਉਹਨੇ ਆਪਣਾ ਪਰਿਵਾਰ ਆਪਣੀ ਜਵਾਨੀ ਸਾਰਾ ਕੁਝ ਦੇਸ਼ ਦੇ ਲੇਖੇ ਲਾਦਾ, ਸਾਰਾ ਕੁਝ ਕਰਨ ਤੋਂ ਬਾਅਦ ਮਤਲਬ ਦੇਸ਼ ਆਜ਼ਾਦ ਕਰਾਉਣ ਤੱਕ ਉਹ ਹੀਰੋ ਸੀਗਾ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਹੀਰੋ ਸੀਗਾ, ਸਿਮਰਜੀਤ ਦੇ ਬਿਆਨ ਤੋਂ ਪਹਿਲਾਂ ਵੀ ਹੀਰੋ ਸੀਗਾ, ਹੁਣ ਆ ਕੇ ਉਹ ਵਿਲਨ ਬਣ ਗਿਆ। ਮਤਲਬ ਹੱਦ ਨਹੀਂ ਹੋ ਜਾਂਦੀ ਕਿਸੇ ਗੱਲ ਦੀ। ਮਤਲਬ ਤੁਸੀਂ ਠੀਕ ਹੈ ਬਾਈ, ਇੱਕ ਬੰਦੇ ਦੀ ਸੋਚਣੀ ਹੈ ਬਈ, ਮੈਂ ਮੰਨਦਾ ਚਲੋ ਸਿਮਰਜੀਤ ਮਾਨ ਨੇ ਕਹਿ ਦਿੱਤਾ ਕਿ ਚਲੋ ਅੱਤਵਾਦੀ ਹੈ, ਠੀਕ ਹੈ, ਉਹ ਜਿਹੜਾ ਬਾਕੀ ਯੂਥ ਆ ਤੁਸੀਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਯਾਰ, ਤੁਸੀਂ ਬਿਨਾਂ ਮੂੰਹ ਚੁੱਕ ਕੇ ਤੁਸੀਂ ਵੀ ਵਿਰੋਧ ਕਰਨ ਲੱਗ ਗਏ। ਇਹ ਉਹੀ ਬੰਦੇ ਸੀਗੇ, ਮੈਂ ਦੋਗਲਿਆਂ ਦੀ ਗੱਲ ਕਰਦਾ ਨਾ, ਜਿਹੜੇ ਬੰਦੇ ਪਹਿਲਾਂ ਭਗਤ ਸਿੰਘ ਤੇ 15 ਅਗਸਤ ਉੱਤੇ ਕਹਿੰਦੇ ਬਾਪੂ ਗਾਂਧੀ ਦੀ ਫੋਟੋ ਨਹੀਂ ਲਾਉਣੀ, 15 ਅਗਸਤ ਤੇ ਸਾਡੇ ਇਹ ਗਾਣਾ ਸੁਣਦੇ ਰਹੇ ਨੇ, ਤੇਰੀ ਫੋਟੋ ਕਿਉਂ ਨਹੀਂ ਲੱਗਦੀ ਭਗਤ ਸਿੰਘ ਨੋਟਾਂ ਦੇ ਨਾ, ਉਹ ਗਾਣਾ ਸੁਣਨ ਵਾਲੇ ਬੰਦੇ, ਉਹ ਗਾਣੇ ਨੂੰ ਪ੍ਰਮੋਟ ਕਰਨ ਵਾਲੇ ਬੰਦੇ, ਭਗਤ ਸਿੰਘ ਨੂੰ ਮੰਨਣ ਵਾਲੇ ਬੰਦੇ ਭਗਤ ਸਿੰਘ ਦੇ ਵਿਰੋਧ ਚ ਹੋ ਗਏ। ਬਈ ਹੱਦ ਹੋ ਗਈ ਯਾਰ, ਮਤਲਬ ਲੋਕਾਂ ਨੂੰ ਚੇਂਜ ਕਰਨਾ, ਮਤਲਬ ਲੋਕੀ ਨਾ ਉਹ ਇੱਕ ਥਾਲੀ ਚ ਪਏ ਹੋਏ ਬਤਾਊ ਹੋ ਗਏ ਆ, ਜਿੱਧਰ ਨਿਵਾਣ ਦਿਖਿਆ ਉਧਰ ਨੂੰ ਰਿੜ ਗਏ। ਐ ਨਹੀਂ ਨਾ ਹੋਣਾ ਚਾਹੀਦਾ ਯਾਰ, ਜੇ ਉਹ ਹੀਰੋ ਆ ਨਾ ਉਹਦੇ ਲਈ ਸਟੈਂਡ ਲਓ, ਕੋਈ ਗੱਲ ਨਹੀਂ, ਤੁਹਾਡਾ ਬੰਦਾ ਆ, ਹੁਣ ਚੁਣਿਆ ਹੋਇਆ ਨੇਤਾ ਆ, ਤੁਹਾਡਾ MP ਆ, ਤੁਸੀਂ ਉਹਨੂੰ ਇਕੱਠੇ ਹੋ ਕੇ 4 ਬੰਦੇ ਦੱਸੋ ਭਾਜੀ ਠੀਕ ਆ, ਤੁਹਾਡੀ ਸੋਚ ਨਹੀਂ ਗਲਤ ਹੋ ਸਕਦੀ ਆ, ਅਸੀਂ ਤੁਹਾਡੇ ਹਰ ਬਿਆਨ ਤੇ ਖੜੇ ਨਹੀਂ ਰਹਿ ਸਕਦੇ, ਹੋ ਸਕਦਾ ਤੁਹਾਡੇ 100 ਬਿਆਨਾਂ ਵਿੱਚੋਂ 90 ਬਿਆਨ ਬਿਲਕੁਲ ਐਕੂਰੇਟ ਹੋਣ, ਸਿੱਖ ਕੌਮ ਦਾ ਭਲਾ ਕਰ ਰਹੇ ਹੋਣ, ਪੰਜਾਬ ਦਾ ਭਲਾ ਕਰ ਰਹੇ ਹੋਣ, ਸਭ ਕੁਝ ਕਰ ਰਹੇ ਹੋਣ, ਪਰ ਅਗਰ ਤੁਸੀਂ ਇੱਕ ਸਿੱਖ ਪਰਸਨੈਲਿਟੀ ਨੂੰ ਉਹਨਾਂ ਦੀ ਫੋਟੋ ਨੂੰ ਤੁਸੀਂ ਮੰਗ ਕਰਦੇ ਹੋ, ਤੁਹਾਡੀ ਫੈਮਿਲੀ ਮੰਗ ਕਰ ਰਹੀ ਕਿ ਦਰਬਾਰ ਸਾਹਿਬ ਚੋਂ ਹਟਾ ਦਿਓ, ਕਿਉਂ ਬਈ ਦਰਬਾਰ ਸਾਹਿਬ ਤੁਹਾਡੇ ਇਕੱਲਿਆਂ ਦਾ? ਤੁਸੀਂ ਖਰੀਦਿਆ ਹੋਇਆ ਅਜਾਇਬ ਘਰ? ਕਿਸੇ ਦੀ ਵੀ ਫੋਟੋ ਲਾ ਦਿਓ ਤੇ ਕਿਸੇ ਦੀ ਵੀ ਹਟਾ ਦਿਓ। ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਨ ਵਾਲਾ ਦਰਬਾਰ ਸਾਹਿਬ ਆ, ਜਿੱਥੇ ਹਜ਼ਾਰਾਂ ਅੰਗਰੇਜ਼, ਹਜ਼ਾਰਾਂ ਨੌਨ ਪੰਜਾਬੀ ਲੋਕ, ਮੇਰੇ ਫਰੈਂਡਸ ਜਾ ਕੇ ਉੱਥੇ ਕਿੰਨੀ ਹਿਸਟਰੀ ਤੋਂ ਕਿੰਨਾ ਉਹ ਇੰਸਪਾਇਰ ਹੁੰਦੇ ਆ। ਭਗਤ ਸਿੰਘ ਦੀ ਫੋਟੋ ਦੇਖ ਕੇ ਕਈ ਜਣੇ ਨੇ, ਤੁਸੀਂ ਦੇਖਿਓ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਕਿੰਨੇ ਅੰਗਰੇਜ਼ ਨੇ ਜਿਹੜੇ ਭਗਤ ਸਿੰਘ ਦੀ ਫੋਟੋ ਦੇ ਨਾਲ ਜਾ ਕੇ ਫੋਟੋ ਖਿਚਾਉਂਦੇ ਨੇ। ਹੁਣ ਆਪਣੇ ਬੰਦੇ ਇਹਨਾਂ ਨੂੰ ਅੱਤਵਾਦੀ ਕਹਿਣ ਤੇ ਲੱਗੇ ਹੋਏ ਆ, ਲੋਕ ਇਹਨਾਂ ਨੂੰ ਸ਼ਹੀਦ ਕਹਿਣ ਤੇ ਲੱਗੇ ਹੋਏ ਆ। ਪਾਕਿਸਤਾਨ ਵਾਲੇ ਲੋਕ ਜਿਹੜੇ ਨੇ ਉਹ ਭਗਤ ਸਿੰਘ ਨੂੰ ਆਪਣਾ ਆਈਡਲ ਮੰਨਦੇ ਨੇ, ਉਥੋਂ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਇਹਨਾਂ ਦੇ ਲੈਸਨਸ, ਇਹਨਾਂ ਦੀ ਜੀਵਨੀ ਬਾਰੇ ਪੜਾਇਆ ਜਾਂਦਾ, ਇਹਨਾਂ ਦੀ ਚੀਜ਼ਾਂ ਬਾਰੇ, ਤੇ ਆਪਣੇ ਮੂੰਹ ਚੁੱਕ ਕੇ ਉਹਨਾਂ ਨੂੰ ਕਹਿੰਦੇ ਵੀ ਜੀ ਉਹ ਅੱਤਵਾਦੀ ਸੀਗਾ। ਅੱਤਵਾਦੀ ਤੁਹਾਡੇ ਲਈ ਨਹੀਂ ਸੀ, ਉਹ ਅੰਗਰੇਜ਼ਾਂ ਦੇ ਲਈ ਅੱਤਵਾਦੀ ਸੀਗੇ। ਹੋਣਾ ਵੀ ਚਾਹੀਦਾ ਹੈ, ਸਮੇਂ ਦੀ ਹਕੂਮਤ ਹੈ। ਹੁਣ ਇਸ ਟਾਈਮ ਦੇ ਉੱਤੇ ਅਗਰ ਆਪਾਂ ਸਿਮਰਜੀਤ ਸਿੰਘ ਮਾਨ ਦੇਖੀਏ, ਉਹ ਆਪਦੀ ਕਰੰਟ ਹਕੂਮਤ ਤੋਂ ਉਲਟੀ ਬੋਲ ਰਿਹਾ, ਕਰਤਾ ਉਹ ਵੀ ਵਿਰੋਧ ਹੀ ਰਿਹਾ ਸਰਕਾਰ ਦਾ, ਠੀਕ ਹੈ, ਸ਼ਾਂਤਮਈ ਤਰੀਕੇ ਨਾਲ ਕਰ ਰਿਹਾ, ਆਪਣੇ ਆਪ ਨੂੰ ਕਹਿੰਦਾ ਕਿ ਮੈਂ ਗਾਂਧੀਵਾਦ ਸੋਚ ਦੇ ਅਕੋਰਡਿੰਗ ਕਰ ਰਿਹਾ, ਠੀਕ ਹੈ ਭਾਈ ਕਰ ਰਿਹਾ, ਕਰ ਤਾਂ ਅਪੋਜ਼ ਹੀ ਰਿਹਾ, ਇੱਕ ਹਿਸਾਬ ਨਾਲ ਤੂੰ ਹੀ ਅੱਤਵਾਦੀ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮੇਂ ਦੀ ਹਕੂਮਤ ਦਾ ਵਿਰੋਧ ਕੀਤਾ ਨਾ, ਬਦਲਾ ਲਿਆ, ਇੱਟ ਨਾਲ ਇੱਟ ਖੜਕਾਤੀ ਸਰਹੰਦ ਦੀ, ਫਿਰ ਕੱਲ ਨੂੰ ਉਹਨਾਂ ਨੂੰ ਵੀ ਅੱਤਵਾਦੀ ਕਹਿਣਗੇ। ਸ਼ਾਮ ਸਿੰਘ ਅਟਾਰੀ, ਸਾਡੇ ਏਡੇ ਏਡੇ ਯੋਧੇ, ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਇੰਨੀਆਂ ਜੰਗਾਂ ਲੜ ਕੇ ਸਮੇਂ ਦੀ ਹਕੂਮਤ ਨੂੰ ਦੱਬ ਕੇ ਰੱਖ ਦਿੱਤਾ ਸੀਗਾ, ਇੱਕ ਮਤਲਬ ਇੰਨਾ ਸਿੱਖ ਰਾਜ ਕਾਇਮ ਕਰ ਦਿੱਤਾ ਸੀ ਉਹਨਾਂ ਨੇ। ਸਿੱਖ ਰਾਜ ਨਹੀਂ, ਉਹ ਇੱਕ ਇਹੋ ਜਿਹਾ ਰਾਜ ਸੀਗਾ ਕਿ ਮਤਲਬ ਜਿਹਦੇ ਵਿੱਚ ਹਰ ਇੱਕ ਬੰਦੇ ਨੂੰ ਆਜ਼ਾਦੀ ਸੀਗੀ। ਤੁਸੀਂ ਉਹਨਾਂ ਚੀਜ਼ਾਂ ਦਾ ਫਾਇਦਾ ਲੈ ਕੇ ਆਪਣੇ ਹੱਥ 'ਚ ਕਿਰਪਾਨ ਫੜ ਕੇ ਤੁਸੀਂ ਹਨਾ ਸਿੱਖੀ ਰੂਪ ਰੇਖਾ ਦੇ ਵਿੱਚ ਹੋ ਕੇ ਕਿਸੇ ਇੱਕ ਸਿੱਖ ਕੌਮੀ ਸ਼ਹੀਦ ਨੂੰ ਕਹਿੰਦੇ ਉਹਨੂੰ ਨੈਸ਼ਨਲ ਲੈਵਲ ਤੇ ਕੌਣ ਸ਼ਹੀਦ ਮੰਨਦਾ ਹੈ, ਕੌਣ ਸ਼ਹੀਦ ਮੰਨਦਾ? ਯਾਰ ਤੁਸੀਂ ਨਹੀਂ ਮੰਨਦੇ, ਤੁਸੀਂ ਪੰਜਾਬੀ ਮੰਨੋਗੇ ਤਾਂ ਅਗਲਾ ਸਰਕਾਰ ਨੂੰ ਮਨਾਓਗੇ ਨਾ, ਤੁਸੀਂ ਤਾਂ ਖੁਦ ਨੂੰ ਅੱਤਵਾਦੀ ਕਹਿਣ ਤੇ ਲੱਗੇ ਹੋਏ ਹੋ। ਸ਼ਰਮ ਤੇ ਆਪਾਂ ਨੂੰ ਹੋਣੀ ਚਾਹੀਦੀ, ਆਪਣੀ ਪੀੜ੍ਹੀ ਥੱਲੇ ਕੋਈ ਸੋਟਾ ਨਹੀਂ ਮਾਰਦਾ। ਹੁਣ ਮਾਨ ਸਾਹਿਬ ਦੇ ਬਿਆਨ ਤੋਂ ਬਾਅਦ ਕਿੰਨੀਆਂ ਗੱਲਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਮਾਨ ਸਾਹਿਬ ਦੀਆਂ ਵਾਇਰਲ ਹੋ ਰਹੀਆਂ ਨੇ, ਹੁਣ ਵੀ ਬਿਨਾਂ ਕਿਰਪਾਨ ਤੋਂ ਜਾ ਕੇ ਸਹੁੰ ਚੁੱਕੀ ਹੈ।
ਉਹ ਸਭ ਚੀਜ਼ਾਂ ਅਪੋਜ਼ ਕਿਉਂ ਵੱਧ ਗਿਆ? ਇੱਕ ਬੜੀ ਅੱਛੀ ਇਹਨਾਂ ਦੀ ਇਮੇਜ ਬਣੀ ਹੋਈ ਸੀ, ਬੜੀ ਅੱਛੀ ਹਾਈਪ ਬਣੀ ਹੋਈ ਸੀ। ਠੀਕ ਹੈ, ਮੈਂ ਇਹਨਾਂ ਦੀ ਪਾਰਟੀ, ਇਹਨਾਂ ਦੇ ਨਾਲ ਵਾਲੇ ਬੰਦੇ ਦਾ ਵੀ ਕਸੂਰ ਮੰਨਦਾ ਆ, ਜਿਹੜੇ ਮੂੰਹ ਚੁੱਕ ਕੇ ਸਿਰਫ ਇਹਨਾਂ ਦੇ ਇੱਕ ਉਸ ਬਿਆਨ ਨੂੰ ਪ੍ਰਮੋਟ ਕਰਨ ਤੇ ਲੱਗ ਗਏ। ਮੈਂ ਇੱਕ ਗੱਲ ਕਹਿਣਾ ਕਿ ਜੇ ਮੇਰੇ ਸੱਚੇ ਦੋਸਤ ਉਹ ਹੋਣਗੇ ਜਿਹੜੇ ਮੇਰੇ ਨਾਲ ਬੈਠੇ ਹੋਣਗੇ ਨਾ, ਉਹ ਇਹ ਕਹਿਣਗੇ ਕਿ ਆਹ ਬਿਆਨ ਨਾ ਦੇ, ਇਹਦੇ ਨਾਲ ਹੋ ਸਕਦਾ ਆਪਣੀ ਮਿੱਟੀ ਪਲੀਤ ਹੋਵੇ, ਆਪਣੀ ਪਾਰਟੀ ਦੀ ਵੀ ਮਿੱਟੀ ਪਲੀਤ ਹੋਵੇ। ਠੀਕ ਹੈ, ਠੀਕ ਹੈ, ਸੱਚ ਮੰਨਦਾ ਹੈ, ਬਿਆਨ ਦੇ ਦਿੱਤਾ। ਉਸ ਤੋਂ ਬਾਅਦ ਉਹਨਾਂ ਦੇ ਬੰਦਿਆਂ ਨੂੰ ਚਾਹੀਦਾ ਸੀਗਾ ਕਿ ਇਸ ਬਿਆਨ ਤੋਂ ਬਾਅਦ ਜਾਂ ਤੇ ਬਾਪੂ ਨੂੰ ਸ਼ਾਂਤ ਕਰਾ ਦੇਣ, ਤਾਂ ਕਿ ਇਹ ਬਿਆਨ ਜਿਹੜਾ ਵਾ ਲੋਕਾਂ ਦੇ ਮਨਾਂ ਚੋਂ ਮਿਟ ਜੇ, ਜਿੰਨਾ ਬਹੁਤ ਜ਼ਿਆਦਾ ਦੁੱਖ ਹੈ। ਪਰ ਬਾਪੂ ਜਿੱਥੇ ਜਾਂਦਾ ਹੁਣ ਉਹ ਹਰ ਜਗ੍ਹਾ ਤੇ ਜਾ ਕੇ, ਬਾਬਾ ਸਿਮਰਜੀਤ ਮਾਨ ਜਿਹੜਾ ਹੈ ਉਹ ਹਰ ਜਗ੍ਹਾ ਤੇ ਜਾ ਕੇ ਮਤਲਬ ਇੱਕੋ ਹੀ ਚੀਜ਼ ਪ੍ਰਚਾਰ ਕਰੀ ਜਾਂਦਾ, ਇੱਕੋ ਚੀਜ਼ ਪ੍ਰਚਾਰ ਕਰੀ ਜਾਂਦਾ, ਭਗਤ ਸਿੰਘ ਅੱਤਵਾਦੀ ਸੀ, ਐਂ ਕਰਾਂਗੇ, ਜੋ ਕਰਾਂਗੇ, ਸਾਡੇ ਪਰਿਵਾਰ ਨੇ, ਸਾਡੇ ਰੂਟ ਸਿੰਘ ਨੇ ਇੰਜ ਕੀਤਾ, ਇੰਜ ਕੀਤਾ, ਇੰਜ ਕੀਤਾ। ਯਾਰ ਆਪਣੇ ਆਪ ਨੂੰ ਤੁਸੀਂ ਜਸਟੀਫਾਈ ਕਰਨ ਤੇ ਲੱਗੇ ਹੋਏ ਹੋ, ਜਿਹੜਾ ਆਲਰੇਡੀ ਜਿਹਨੇ ਸ਼ਹੀਦੀ ਦੇਤੀ, ਜਿੰਨੇ ਤੁਹਾਡੀ ਫੈਮਿਲੀ 'ਚ ਕਿਸੇ ਨੇ ਸ਼ਹੀਦੀ ਦਿੱਤੀ ਵੀ ਨਹੀਂ, ਇਹਨਾਂ ਨੇ ਤਾਂ ਸ਼ਹੀਦੀ ਆਲਰੇਡੀ ਦੇਤੀ। ਉਹ ਜਿਹੜੇ ਸ਼ਹੀਦ ਹੋ ਗਏ, ਜਿਨ੍ਹਾਂ ਦਾ ਪਰਿਵਾਰ ਮਤਲਬ ਕਿੱਥੇ ਗਏ, ਕਿੱਥੇ ਨਹੀਂ ਗਏ, ਕਿੰਨੀਆਂ ਮੁਸ਼ਕਲਾਂ ਤੋਂ ਬਾਅਦ ਸ਼ਹੀਦ ਊਧਮ ਸਿੰਘ ਦੀ ਗੱਲ ਕਰਦੇ ਆ, ਸ਼ਹੀਦ ਭਗਤ ਸਿੰਘ, ਇਹਨਾਂ ਦੀ ਫੈਮਿਲੀਜ਼ ਨੇ ਕਿੰਨਾ ਸੈਕਰੀਫਾਈਸ ਕੀਤਾ, ਸਰਕਾਰ ਨੇ ਕਿੰਨਾ ਤੰਗ ਕੀਤਾ ਹੋਊਗਾ, ਕਿੰਨਾ ਜ਼ਿਆਦਾ ਤੰਗ ਕੀਤਾ ਹੋਊਗਾ। ਤੁਸੀਂ ਯਾਰ ਆਪਣੇ ਪਰਿਵਾਰ ਨੂੰ ਵਧੀਆ ਸਾਬਤ ਕਰਨ ਦੇ ਲੱਗੇ ਹੋਏ ਹੋ, ਅਗਲੇ ਨੂੰ ਨਿੰਦਣ ਦੇ ਲੱਗੇ ਹੋਏ ਹੋ, ਅਗਲੇ ਨੂੰ ਅੱਤਵਾਦੀ ਕਹੀ ਜਾਂਦੇ ਹੋ। ਹੁਣ ਗਾਂਧੀ ਚੰਗਾ ਹੋ ਗਿਆ ਕਿਉਂਕਿ ਆਪਣਾ ਬਿਆਨ ਜਸਟੀਫਾਈ ਕਰਨਾ ਸੀਗਾ। ਸਿਮਰਜੀਤ ਮਾਨ ਨੇ ਕਹਿਤਾ ਜੀ ਗਾਂਧੀ ਵੀ ਤੁਹਾਨੂੰ ਅੱਤਵਾਦੀ ਮੰਨਦਾ ਸੀਗਾ। ਉਹ ਗਾਂਧੀ ਨੇ ਤਾਂ ਮੰਨਣਾ ਹੀ ਸੀ ਭਾਈ, ਉਹਦੀ ਤਾਂ ਸੁਣਦਾ ਨਹੀਂ ਸੀ। ਗਾਂਧੀ ਦੇ ਆਪੋਜ਼ਿਟ ਇੱਕ ਹੀਰੋ, ਸਿੱਖ ਹੀਰੋ ਜਿਹੜਾ ਸੀਗਾ ਉਹ ਕਾਇਮ ਹੋ ਰਿਹਾ ਸੀਗਾ। ਉਹਨੂੰ ਪਤਾ ਸੀ ਸਾਰੀ ਸੱਤਾ, ਸਾਡੀ ਸਾਰੀ ਪਾਰਟੀ ਉਸ ਬੰਦੇ ਨੇ ਆਪਣੇ ਹੱਥ 'ਚ ਲੈ ਜਾਣੀ ਆ। ਅੰਗਰੇਜ਼ਾਂ ਦੇ ਕਹਿਣ ਦੇ ਬਾਵਜੂਦ ਵੀ ਉਸ ਬੰਦੇ ਨੇ ਇੱਕ ਵਾਰ ਵੀ ਉਹਦੀ ਜਿਹੜੀ ਅਪੀਲ ਨਹੀਂ ਪਾਈ ਕਿ ਇਹਦੀ ਉਮਰ ਕੈਦ ਹੋ ਜੇ, ਇਹਨੂੰ ਮਤਲਬ ਇਹਦੀ ਫਾਂਸੀ ਕਨਵਰਟ ਹੋ ਜੇ, ਡਿਲੇ ਹੋ ਜੇ, ਅਸੀਂ ਰੋਸ ਪ੍ਰਦਰਸ਼ਨ ਕਰੀਏ, ਪੂਰਾ ਹਿੰਦੁਸਤਾਨ ਰੋਸ ਕਰੀਏ। ਡਾਂਡੀ ਮਾਰਚ ਕਰ ਸਕਦਾ ਸੀ, ਭਗਤ ਸਿੰਘ ਦੀ ਫਾਂਸੀ ਦੇ ਖਿਲਾਫ ਮਾਰਚ ਨਹੀਂ ਕਰ ਸਕਦਾ ਸੀ। ਅੰਗਰੇਜ਼ ਕਹਿੰਦੇ ਰਹੇ ਤੂੰ ਆ ਕੇ ਸੰਧੀ ਕਰ ਲਾ, ਸਾਨੂੰ ਪਤਾ ਵੀ ਇਹਦੀ ਮੌਤ ਤੋਂ ਬਾਅਦ ਹੰਗਾਮਾ ਹੋ ਜਾਣਾ, ਆਪਾਂ ਥੋੜੀ ਡੀਲ ਕਰ ਲੈਂਦੇ, ਬਾਟਰ ਡੀਲ ਕਰ ਲੈਂਦੇ ਆ। ਗਾਂਧੀ ਜੀ ਉੱਥੇ ਵੀ ਨਹੀਂ ਮੰਨੇ, ਇਹਨਾਂ ਨੇ ਕਿਹਾ ਮਰਨ ਦਿਓ ਜੀ। ਹਾਂ, ਕਿਉਂਕਿ ਤੁਹਾਡੀ ਇੱਕ ਲਾਈਨ ਵੀ ਹੈਗੀ ਜਿਸ ਤੋਂ ਲਿਖਿਆ ਕਿ ਕੁਰਸੀ ਦੇ ਕਰਕੇ ਉਹਨਾਂ ਨੇ ਕਨਵਰਟ ਨਹੀਂ ਕਰਾਈ, ਇਸ ਚੀਜ਼ ਨੂੰ ਰੋਕਿਆ ਨਹੀਂ। ਬਿਲਕੁਲ ਬਿਲਕੁਲ, ਕੁਰਸੀ ਕਿਤੇ ਨਾ ਹੱਥੋਂ ਚਲ ਜਾਏ, ਗਾਂਧੀ ਇਹਨੇ ਬਚਾਇਆ ਨਹੀਂ। ਮਤਲਬ ਮੈਂ ਇੱਕ ਗੱਲ ਕਹਿਣਾ ਕਿ ਕਦੇ ਵੀ ਸੱਚ ਬੋਲਣ ਲੱਗਿਆ ਤਾਂ ਸੱਚ ਤੋਂ ਗੁਰੇਜ਼ ਨਾ ਕਰੋ, ਕੋਈ ਚੱਕਰ ਨਹੀਂ ਹੁੰਦਾ। ਬਾਅਦ ਚ ਕੀ ਹੋਊਗਾ ਉਹ ਦੇਖੀ ਜਾਊਗੀ। ਠੀਕ ਹੈ, ਅਗਰ ਸਿਮਰਜੀਤ ਸਿੰਘ ਮਾਨ ਸੱਚ ਕਹਿ ਕੇ ਇਹਨਾਂ ਨੂੰ ਅੱਤਵਾਦੀ ਮੰਨਦਾ ਹੈ ਨਾ, ਤਾਂ ਅਸੀਂ ਨਹੀਂ ਮੰਨਦੇ ਬਈ, ਸਾਨੂੰ ਤਾਂ ਧੱਕੇ ਨਾਲ ਮਨਾ ਨਹੀਂ ਸਕਦਾ। ਬਾਕੀ ਜਿਹੜੇ ਇਹਦੇ ਨਾਲ ਵਾਲੇ ਬੰਦੇ ਨੇ ਨਾ, ਜਿਹੜੇ ਬੜੇ ਕਮੈਂਟ ਬਾਕਸ ਦੇ ਵਿੱਚ ਫੇਸਬੁੱਕ ਤੇ ਵਿਦਵਾਨ ਬਣਨ ਵਾਲੇ ਬੰਦੇ ਨੇ, ਮੈਨੂੰ ਨਹੀਂ ਪਤਾ ਉਹ ਕੁਛ ਆਪਣੇ ਆਪ ਨੂੰ ਖਾਲਿਸਤਾਨੀ ਕਹਿੰਦੇ ਨੇ, ਕੁਛ ਕੋਈ ਕਹਿੰਦੇ ਨੇ ਹਨਾ। ਫੇਸਬੁੱਕ ਤੇ ਤੁਸੀਂ ਕਮੈਂਟ ਕਰਕੇ ਦੇਖੋ, ਤੁਹਾਨੂੰ ਨਾਲ 4-5 ਗੱਲਾਂ ਲਿਖ ਦੇਣਗੇ, ਬਿਨਾਂ ਦਲੀਲ ਤੋਂ ਹੋਣਗੀਆਂ, ਉਹਦਾ ਕੋਈ ਮੂੰਹ ਸਿਰ ਨਹੀਂ, ਕੋਈ ਕੁਛ ਨਹੀਂ। ਮੈਂ 2 ਦਿਨ ਕਮੈਂਟ ਕੀਤੇ, ਮੈਂ ਕਿਹਾ ਵੀ ਤੁਸੀਂ ਐ ਦੱਸੋ, ਉਹਨੇ ਤਾਂ ਆਪਣੀ ਸ਼ਹੀਦੀ ਦੇਤੀ ਹੈ, ਇਸ ਟਾਈਮ ਦੇ ਉੱਤੇ ਇਹ ਮਾਨ ਪਰਿਵਾਰ ਨੇ ਉਹਦੇ ਤੋਂ ਦੂਸ਼ਣ ਲਾਉਣ ਤੋਂ ਇਲਾਵਾ ਕੀਤਾ ਕੀ ਹੈ? ਮੈਨੂੰ ਕੋਈ ਮੇਜਰ, ਕੋਈ ਸਵਾਰਿਆ ਹੋਇਆ ਕੰਮ ਅਜੇ ਤੱਕ ਕੋਈ ਪ੍ਰਾਪਤੀ ਦਿਖੀ ਨਹੀਂ ਗਈ। ਇਨਫੈਕਟ ਐਕਸਪੈਕਟ ਕਰਦੇ ਸੀਗੇ ਅਸੀਂ ਕਿ ਜਦੋਂ ਆ ਸੰਗਰੂਰ ਇਲੈਕਸ਼ਨਸ ਤੋਂ ਬਾਅਦ ਕਿ ਕੁਝ ਬਹੁਤ ਵਧੀਆ ਹੋਊਗਾ। ਠੀਕ ਹੈ, ਤੁਸੀਂ ਸਿੱਖ ਕੌਮ ਦੇ ਮੁੱਦੇ ਚੁੱਕਣੇ ਚੁੱਕੋ, ਉਹ ਸਿੱਖ ਕੌਮ ਦੇ ਹੀਰੋ ਦੇ ਉੱਤੇ, ਠੀਕ ਆ, ਉਹਨਾਂ ਯੋਧਿਆਂ ਦੇ ਉੱਤੇ ਤੁਸੀਂ ਮੂੰਹ ਤੇ ਕਾਲਖ ਤਾਂ ਨਾ ਮਲੋ। ਉਹ ਕਾਲਖ ਨਹੀਂ ਮਲਣੀ ਚਾਹੀਦੀ ਸੀਗੀ, ਮੇਰਾ ਤਾਂ ਇਹੀ ਕਹਿਣਾ ਆ। ਹੁਣ ਤੁਸੀਂ ਜਿੱਦਾਂ ਲਿਖਿਆ, ਤੁਸੀਂ ਬੋਲਿਆ, ਤੁਸੀਂ ਆਪਣੇ ਵਿਚਾਰ ਰੱਖੇ ਜੋ ਤੁਹਾਡੀ ਸੀ ਫੀਲ ਕੀ, ਲੇਕਿਨ ਮੈਨੂੰ ਲੱਗਦਾ ਕਿ ਇੰਡਸਟਰੀ ਦੇ ਵਿੱਚ ਹਾਲੇ ਵੀ ਇੱਕ ਚੀਜ਼ ਹੈਗੀ ਹੈ ਕਿ ਬੋਲਣ ਤੋਂ ਪਹਿਲਾਂ ਇਹ ਡਰ ਆ ਜਾਂਦਾ ਹੈ ਕਿ ਕੱਲ ਨੂੰ ਮੇਰਾ ਕਰੀਅਰ ਹੈ ਜਾਂ ਮੈਂ ਉਸ ਚੀਜ਼ ਨੂੰ ਮੈਨੂੰ ਅੱਗੇ ਵਧਣ ਦੇਣਗੇ ਜਾਂ ਨਹੀਂ ਦੇਣਗੇ। ਤਾਂ ਇਹ ਨਹੀਂ ਹੁੰਦਾ ਮੈਂ ਤੁਹਾਨੂੰ ਐਕਚੁਅਲੀ ਸਿੱਧੀ ਜੀ ਗੱਲ ਆਦਾ, ਮੈਂ ਕੋਈ ਏਡਾ ਵੱਡਾ ਜੇ ਬਾਲਾ ਵੱਡਾ ਸਿੰਗਰ ਨਹੀਂ ਬਣਿਆ। ਠੀਕ ਹੈ, ਮੇਰਾ ਡਾਇਰੈਕਸ਼ਨ ਲਾਈਨ ਦੇ ਵਿੱਚ ਵਧੀਆ ਕੰਮ ਹੈ, ਮੇਰਾ ਵਧੀਆ ਰੁਜ਼ਗਾਰ ਉਧਰੋਂ ਚੱਲਦਾ ਹੈ, ਬਟ ਸਿੰਗਿੰਗ ਲਾਈਨ ਦੇ ਵਿੱਚ ਮੈਂ ਇਹ ਸੋਚਣਾ ਪਸੰਦ ਕਰੂੰਗਾ, ਕੋਈ ਗੱਲ ਨਹੀਂ, ਕਰੀਅਰ ਚੱਲਣ ਤੋਂ ਪਹਿਲਾਂ ਵੀ ਢਹਿ ਜੇ ਨਾ ਵੀ ਚੱਲੇ, ਕੋਈ ਚੱਕਰ ਵਾਲੀ ਗੱਲ ਨਹੀਂ ਆ। ਪਰ ਕੱਲ ਨੂੰ ਜਦੋਂ ਕਿਤੇ ਸਾਡੇ ਘਰੇ ਵੀ ਗੱਲ ਚੱਲੂਗੀ ਤਾਂ ਉਹਨਾਂ ਨੂੰ ਐਂ ਲੱਗੂਗਾ ਕਿ ਵੀ ਹਾਂ, ਸਾਡੇ ਕਿਸੇ ਪੁਰਖੇ ਨੇ ਸੱਚ ਬੋਲਿਆ ਸੀਗਾ। ਠੀਕ ਆ, ਅਗਲੇ ਨੇ ਹਿੰਮਤ ਕੀਤੀ ਸੀ ਕਿ ਉਹ ਕਰੰਟ ਟਾਈਮ ਦੇ ਉੱਪਰ, ਸਿਚੁਏਸ਼ਨ ਦੇ ਉੱਪਰ, ਜਿਵੇਂ ਸਿੱਧੂ ਮੂਸੇਵਾਲਾ ਬਾਈ ਸੀ, ਮੈਂ ਉਹਨਾਂ ਦੀ ਲਿਖਤ ਤੋਂ ਬੜਾ ਇੰਸਪਾਇਰ ਹੋਇਆ ਜਦੋਂ SYL ਗਾਣੇ ਤੋਂ ਬਾਅਦ, ਸੱਚੀ ਲਿਟਰਲੀ ਬੜਾ ਇੰਸਪਾਇਰ ਹੋਇਆ ਕਿ ਅਗਲੇ ਬੰਦੇ ਕੋਲ ਕਿੰਨਾ ਕੌਨਫੀਡੈਂਸ ਸੀਗਾ। ਅਗਰ SYL ਗਾਣੇ ਦੀ ਗੱਲ ਕਰ ਲਈਏ ਤਾਂ ਇੰਡਸਟਰੀ 'ਚ ਕੋਈ ਖੁੱਲ ਕੇ ਬੋਲਿਆ ਨਹੀਂ ਸੀ ਉਸ ਗਾਣੇ ਬਾਰੇ, ਕਿਉਂਕਿ ਜਦੋਂ ਉਹਨਾਂ ਦੀ ਜਾਣ ਤੋਂ ਬਾਅਦ ਹਰ ਕਿਸੇ ਨੇ ਪੋਸਟਾਂ ਪਾਈਆਂ ਸੀ, ਉਹਨਾਂ ਨੂੰ ਯਾਦ ਕਰ ਰਹੀ ਸੀ। ਲੇਕਿਨ ਜਦੋਂ ਗਾਣਾ ਰਿਲੀਜ਼ ਹੋਇਆ ਸੀ, ਇਹ ਗੱਲ ਸਾਰਿਆਂ ਨੇ ਕਹੀ ਸੀ ਕਿ ਹੁਣ ਮਤਲਬ ਕਮੈਂਟ ਵੀ ਆ ਰਹੇ ਸੀ ਹਰ ਕਿਸੇ ਨੂੰ ਕਿ ਤੁਸੀਂ ਹੁਣ ਕਿਉਂ ਨਹੀਂ ਬੋਲਦੇ। ਇੰਡਸਟਰੀ ਦੀ ਗੱਲ ਕਰ ਲਈਏ ਤਾਂ ਇੰਡਸਟਰੀ ਜਿੱਥੇ ਇਹਨਾਂ ਨੂੰ ਐਂ ਲੱਗਦਾ ਹੈ ਕਿ ਅਸੀਂ ਪੋਲੇ ਪੈਰ ਦੱਬ ਕੇ ਸਾਈਡ ਜੇ ਤੇ ਹੋ ਕੇ ਨਿਕਲ ਜਾਈਏ ਬਸ ਕਿਸੇ ਤਰੀਕੇ ਨਾਲ, ਅਸੀਂ ਨਾ ਅੱਗੇ ਆਈਏ, ਮੇਰੇ 10 ਸ਼ੋਅ ਨਾ ਬਰਬਾਦ ਹੋਣ, ਮੇਰੀ ਆਹ ਚੀਜ਼ਾਂ ਮੇਰੀਆਂ ਨਾ ਬਰਬਾਦ ਹੋਣ, ਮੈਂ ਇਸ ਉਲਝਣ ਚੋਂ ਨਿਕਲਾਂ ਜਲਦੀ।
ਮੈਂ 10 IPL ਵਾਲੀਆਂ ਪੋਸਟ ਪਾਵਾਂ, ਫਿਰ ਉਸ ਤੋਂ ਬਾਅਦ 10 ਦਿਨ ਹਨਾ ਮਤਲਬ ਮੈਂ ਉਹ ਮੂਡ ਬਣਾ ਕੇ ਫਿਰ ਉਸ ਤੋਂ ਬਾਅਦ ਨੈਕਸਟ ਆਪਣਾ ਮੈਂ ਕੈਰੀ ਔਨ ਕਰਾਂ ਜਲਦੀ ਤੋਂ ਜਲਦੀ। ਮੈਂ ਸਮਝਦਾ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਉਹ ਇਸ ਤਰੀਕੇ ਨਾਲ ਸੋਚਦੇ ਆ। ਤੇ ਹਾਂ, ਮੁੱਦੇ 'ਚ ਕਿਉਂ ਨਹੀਂ ਕੋਈ ਘੁਸਣਾ ਚਾਹੁੰਦਾ, ਕਿਉਂਕਿ ਸਰਕਾਰ ਸਿੰਗਰਸ ਦਾ ਕੈਰੀਅਰ ਖਰਾਬ ਕਰ ਦਿੰਦੀ ਆ। ਕਿਸਾਨ ਅੰਦੋਲਨ ਵੇਲੇ ਤੁਸੀਂ ਦੇਖਿਆ ਹੀ ਕੀ ਹਾਲ ਹੋਇਆ, ਕੀ ਰਾਈਟਰਸ ਦੇ ਨਾਲ ਕੀ ਹੋਇਆ ਹੈ, ਕਿੰਦਾ ਧੱਕਾ ਹੋਇਆ। ਕੱਲਾ IAS ਜਾ ਕੇ ਛਿੱਤਰ ਮਾਰਦਾ ਰਿਹਾ ਉਹ ਬੰਦੇ ਨੂੰ। ਫਿਰ ਉਸ ਤੋਂ ਬਾਅਦ ਉਹਨੂੰ ਮਾਫੀਆਂ ਮੰਗਾਈਆਂ ਗਈਆਂ। ਉਹਨਾਂ ਨੂੰ ਪਤਾ ਇਮੋਸ਼ਨਲੀ ਵੀ ਟੌਰਚਰ ਬਹੁਤ ਕਰਦੇ ਆ। ਆਪਣੇ ਲੋਕ ਹੀ ਨਹੀਂ ਮਾਣ, ਕਿਉਂਕਿ ਜਦੋਂ ਐਮੀ ਦੀ ਮੂਵੀ ਆਉਣ ਵਾਲੀ ਸੀ ਉਦੋਂ ਵੀ ਕਾਫੀ ਪ੍ਰੋਬਲਮ ਕ੍ਰੀਏਟ ਹੋ ਗਈ ਸੀ ਜਦੋਂ ਐਮੀ ਦੀ ਫਿਲਮ ਆ ਗਈ ਸੀ। ਬਿਲਕੁਲ। ਹਾਲਾਂਕਿ ਉਹਦੇ ਵਿੱਚ ਮੈਨੂੰ ਲੱਗਦਾ ਉਹਨਾਂ ਦਾ ਕਸੂਰ ਵੀ ਨਹੀਂ ਸੀਗਾ। ਨਜਾਇਜ਼ ਇਸ਼ੂ ਨੂੰ ਵੱਡਾ ਬਣਾਤਾ ਜਾਂਦਾ, ਜਿਹੜੇ ਜਾਇਜ਼ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਲੁਕਾ ਲਿਆ ਜਾਂਦਾ ਹੈ। ਅਗਰ ਉਹ ਪੰਜਾਬ ਇਦਾਂ ਹੀ ਸੇਮ ਕਰਦਾ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਮਤਲਬ ਸਾਨੂੰ ਬੜੇ ਮਾੜੇ ਹੋਰ ਦਿਨ ਦੇਖਣੇ ਪੈ ਸਕਦੇ ਆ। ਮੈਂ ਤਾਂ ਇਹ ਗੱਲ ਕਹਿਣਾ ਕਿ ਤੁਸੀਂ ਮਿਲ ਕੇ ਸ਼ਾਂਤੀ ਬਣਾਈ ਰੱਖੋ ਧਰਮਾਂ ਦੇ ਨਾਮ ਤੇ। ਮੈਂ ਨਾ ਇੱਕ ਚੀਜ਼ ਨੋਟ ਕੀਤੀ ਆ, ਠੀਕ ਆ, ਆਪਣੇ ਆਪ ਨੂੰ ਸਿੱਖ ਕਹਿਣਾ, ਮਾਣ ਨਾਲ ਸਿੱਖ ਕਹਿਣਾ। ਹਰ ਬੰਦਾ ਕਹਿੰਦਾ ਕਿ ਮੈਂ ਸਿੱਖ ਹਾਂ, ਮੈਂ ਸਰਦਾਰ ਹਾਂ, ਮੈਂ ਪੰਜਾਬੀ ਹਾਂ ਹਨਾ, ਮੇਰੇ ਨਾਮ ਨਾਲ ਸਿੰਘ ਲੱਗਦਾ ਆ ਹਨਾ। ਉਹਨੂੰ ਇੱਕ ਅਲੱਗ ਟੋਨ ਦੇ ਨਾਲ ਕਹਿਣਾ ਹਨਾ, ਹਰ ਚੀਜ਼ ਨੂੰ ਏਦਾਂ ਤਰੀਕੇ ਨਾਲ ਕੈਰੀ ਕਰਨਾ ਤੇ ਉਹਦੇ ਵਿੱਚੋਂ ਪੋਲਿਟਿਕਸ ਦੇ ਨਾਮ ਤੇ ਸਿੱਧੂ ਦੇ ਨਾਮ ਤੇ ਦੀਪ ਸਿੱਧੂ ਦੇ ਨਾਮ ਤੇ ਵੋਟਾਂ ਮੰਗ ਲੈਣੀਆਂ, ਮੈਨੂੰ ਉਹ ਸਭ ਐਂ ਲੱਗਦਾ ਕਿ ਉਹ ਕ੍ਰੀਏਟਡ ਆ। ਮਤਲਬ ਉਹ ਚੀਜ਼ ਕ੍ਰੀਏਟ ਕੀਤੀ ਗਈ ਕਿ ਆਪਾਂ ਏਦਾਂ ਕਰਾਂਗੇ ਤੇ ਏਦਾਂ ਹੋ ਜਾਊਗਾ, ਮੈਂ ਏਦਾਂ ਕਰੂੰਗਾ ਤੇ ਏਦਾਂ ਹੋ ਜਾਊਗਾ। ਬਾਬੇ ਨੇ ਉਦੋਂ ਕਿਹਾ ਸੀਗਾ ਅਗਰ ਇਹੀ ਬਿਆਨ ਭਗਤ ਸਿੰਘ ਵਾਲਾ ਉਹ ਤੋਂ ਵੋਟਾਂ ਤੋਂ ਪਹਿਲਾਂ ਦਿੱਤਾ ਹੁੰਦਾ, ਵੋਟਾਂ ਪੈਂਦੀਆਂ। ਉਹ ਸੰਗਰੂਰ ਏਰੀਆ ਜਿਹਨੇ ਜਿਤਾਇਆ ਉਹ ਸਭ ਤੋਂ ਵੱਧ ਸ਼ਹੀਦ ਹੋਏ ਆ ਉੱਥੇ ਆਪਣੇ, ਇੰਨੇ ਵੱਡੇ ਕ੍ਰਾਂਤੀਕਾਰੀ ਹੋਏ ਆ। ਸ਼ਹੀਦ ਊਧਮ ਸਿੰਘ ਸਨਾਮ ਦਾ ਆ, ਸੰਗਰੂਰ ਦਾ ਆ। ਉਹ ਕ੍ਰਾਂਤੀਕਾਰੀ ਨੂੰ ਤੁਸੀਂ ਅੱਜ ਗਦਾਰ ਕਹਿਣ ਤੇ ਲੱਗੇ ਹੋਏ ਹੋ। ਐ ਤਾਂ ਊਧਮ ਸਿੰਘ ਨੇ ਵੀ ਜਦੋਂ ਗੋਲੀ ਮਾਰੀ ਸੀ ਕਿ ਤੁਸੀਂ ਕਹੋਗੇ ਊਧਮ ਸਿੰਘ ਵੀ ਅੱਤਵਾਦੀ ਸੀ। ਕਹਿੰਦੇ ਸਾਰੇ ਜਿੰਨੇ ਵੀ ਆਪਣੇ ਕ੍ਰਾਂਤੀਕਾਰੀ ਹੋਏ ਨੇ ਸਾਰੇ ਅੱਤਵਾਦੀ ਨੇ ਇਹਨਾਂ ਦੇ ਲਈ। ਸਿਰਫ ਇਹੀ ਦੇਸ਼ ਭਗਤ ਨੇ, ਸਿਰਫ ਇਹੀ ਦੇਸ਼ ਭਗਤ ਨੇ ਜਿਹੜੇ ਇਸ ਟਾਈਮ ਦੇ ਸੰਵਿਧਾਨ ਨੂੰ ਨਹੀਂ ਮੰਨਦੇ, ਜਿਹੜੇ ਕਰੰਟ ਸਰਕਾਰ ਦੀ ਗੱਲ ਨਹੀਂ ਮੰਨਦੇ, ਜਿਹੜੇ ਆਪਣੀ ਮਨਾਉਣ ਤੇ ਲੱਗੇ ਹੋਏ ਆ। ਸਿਰਫ ਇਹ ਕ੍ਰਾਂਤੀਕਾਰੀ ਨੇ ਹਨਾ, ਬਾਕੀ ਸਾਰੇ ਅੱਤਵਾਦੀ ਨੇ। ਜਾਂ ਇਹਨਾਂ ਦਾ ਮੁੰਡਾ ਕ੍ਰਾਂਤੀਕਾਰੀ ਜਿਹੜਾ ਦਰਬਾਰ ਸਾਹਿਬ 'ਚ ਲੱਗੀ ਫੋਟੋ ਹਟਾਉਣ ਦੀ ਮੰਗ ਕਰ ਰਿਹਾ। ਤੁਹਾਨੂੰ ਕੀ ਲੱਗ ਰਿਹਾ ਹੁਣ ਫਰਕ ਪੈ ਰਿਹਾ ਹੈ ਜਿੱਦਾਂ ਇਸ ਸਰਕਾਰ ਆਉਣ ਤੋਂ ਬਾਅਦ? ਕਿਉਂਕਿ ਅਗਰ ਦੇਖੀ ਕਿ ਸਿੱਧੂ ਦੇ ਜਿੰਨੇ ਵੀ ਕਾਤਲ ਸੀ ਐਨਕਾਊਂਟਰ ਕਰਤਾ ਜਾਂ ਜੋ ਕਿ ਇੱਕ ਅੱਧਾ ਫੜਿਆ ਗਿਆ, ਤੁਹਾਨੂੰ ਲੱਗਾ ਕਿ ਹੁਣ ਫਰਕ ਪਿਆ? ਮੈਨੂੰ ਹਾਂ ਯਾਰ, ਮੈਨੂੰ ਇੱਕ ਚੀਜ਼ ਬੜੀ ਹੈਰਾਨੀ ਵਾਲੀ ਗੱਲ ਲੱਗਦੀ ਹੈ ਕਿ ਜਦੋਂ ਭਗਵੰਤ ਮਾਨ ਜਦੋਂ ਕੇਸ ਹੋਇਆ, ਜਦੋਂ ਸਿੱਧੂ ਬਾਈ ਦੀ ਡੈਥ ਦਾ, ਤੇ ਚਲੋ ਬਹੁਤ ਮਾੜੀ ਗੱਲ ਹੋਈ ਆ, ਪਰ ਉਹਨਾਂ ਨੇ ਵੀ ਉਹਨਾਂ ਦੀ ਪਾਰਟੀ ਤੇ ਵੀ ਪ੍ਰੈਸ਼ਰ ਸੀਗਾ, ਸੋਸ਼ਲ ਮੀਡੀਆ ਦਾ ਪ੍ਰੈਸ਼ਰ ਸੀਗਾ, ਬਾਹਰੋਂ ਅੰਦਰੋਂ ਮਤਲਬ ਪੂਰਾ ਇੱਕ ਵੱਡਾ ਪ੍ਰੈਸ਼ਰ ਕ੍ਰੀਏਟ ਹੋ ਗਿਆ ਸੀ ਵਰਲਡ ਲੈਵਲ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਡੈਮੇਜ ਨੂੰ ਰਿਕਵਰ ਕਰਨ ਦੇ ਲਈ ਉਹਨਾਂ ਦੇ ਕਾਤਲ ਵੀ ਫੜੇ, ਵੱਡੇ ਲੈਵਲ ਤੇ ਇੰਟਰੋਗੇਸ਼ਨਸ ਵੀ ਹੋਈ, ਹੁਣ ਇੱਕ ਐਨਕਾਊਂਟਰ ਵੀ ਹੋਇਆ ਆ। ਠੀਕ ਹੈ, ਮੈਂ ਇੱਕ ਗੱਲ ਕਹਿਣਾ, ਠੀਕ ਹੈ, ਜੇ ਅਗਰ ਤੁਸੀਂ ਸਰਕਾਰ ਦੀ ਉਸ ਚੀਜ਼ 'ਚ ਗਲਤੀ ਮੰਨਦੇ ਹੋ ਮੂਸੇ ਵਾਲੇ ਦੇ ਕੇਸ ਦੇ ਵਿੱਚ, ਤਾਂ ਅਗਰ ਉਹ ਬੰਦੇ ਇੰਨਾ ਐਫਰਟ ਕਰ ਰਹੇ ਆ, ਠੀਕ ਆ, ਚਲੋ ਧੰਨਵਾਦ ਨਾ ਸਹੀ, ਬਟ ਥੋੜਾ ਅਪੋਜ਼ ਤਾਂ ਬੰਦਿਆਂ ਦਾ ਛੱਡ ਦਈਏ ਆਪਾਂ ਨਾ। ਇੰਨਾ ਕਿਸੇ ਦੇ ਵੈਰ ਪਈਏ ਕਿ ਅਗਲਾ ਬੰਦਾ ਫਿਰ ਤਾਂ ਕਹੇ ਤੁਹਾਡਾ ਮੈਂ ਭਲਾ ਸੋਚ ਹੀ ਨਹੀਂ ਸਕਦਾ ਵੀ ਛੱਡੋ ਯਾਰ ਖੜਾ, ਤੁਸੀਂ ਤਾਂ ਹਟਦੇ ਹੀ ਨਹੀਂ। ਮੈਂ ਕੋਈ ਦੇਖ ਲਾ, ਕੋਈ ਚੰਗਾ ਕੰਮ, ਕੋਈ ਵੀ ਇੱਕ ਮੈਂ ਪਿੱਛੇ ਜਿਹੇ ਹੁਣ ਦੇਖਿਆ ਸੀਗਾ, ਆਪ ਸਰਕਾਰ ਨੇ ਨਾ ਉਹ ਪੋਸਟ ਪਾਈ ਸੀਗੀ। ਹਾਲਾਂਕਿ ਮੈਂ ਕਿਸੇ ਵੀ ਸਰਕਾਰ ਦੇ ਪੱਖ 'ਚ ਨਹੀਂ, ਕਿਸੇ ਨਾਲ ਸਪੋਰਟ 'ਚ ਨਹੀਂ, ਮੈਂ ਕਿਸੇ ਨਾਲ ਨਹੀਂ, ਮੈਂ ਜਰਨਲ ਇੱਕ ਗੱਲ ਕਰਦਾ। ਉਹਨਾਂ ਨੇ ਪੋਸਟ ਪਾਈ ਸੀ ਕਿ ਸਤਲੁਜ ਦਰਿਆ ਦਾ ਪਾਣੀ ਜਿਹੜਾ ਉਹ ਸਾਫ਼ ਕਰਾਉਣਾ ਚਾਹੀਦਾ ਸੀ, ਕੇਂਦਰ ਦੇ ਨਾਲ ਮਿਲ ਕੇ ਮੀਟਿੰਗ ਕਰ ਰਹੇ ਹਨਾ। ਉਹ ਥੱਲੇ ਲੋਕੀ ਗਾਲਾਂ ਲਿਖੀ ਜਾਂਦੇ ਆ, ਥੱਲੇ ਲੋਕੀ ਕਈ ਕੁਝ ਲਿਖੀ। ਅਗਲਾ ਬੰਦਾ ਇਨੀਸ਼ੀਏਟਿਵ ਲੈ ਰਿਹਾ, ਉਹਨੂੰ ਸਪੋਰਟ ਕਰੋ ਵੀ ਹਾਂ ਦੱਬ ਕੇ ਕਰ ਦੋ ਬਈ, ਕਰ ਦੋ, ਜਲਦੀ ਕਰੋ। ਇਸ ਚੀਜ਼ ਦਾ ਪ੍ਰੈਸ਼ਰ ਕ੍ਰੀਏਟ ਕਰੋ ਵੀ ਹਾਂ ਜਲਦੀ ਕਰਾਓ ਯਾਰ, ਜਲਦੀ ਕਰਾਓ, ਆਹ ਕੰਮ ਜਲਦੀ ਕਰਵਾਓ, ਤਾਂ ਕਿ ਸਰਕਾਰ ਨੂੰ ਕੌਨਫੀਡੈਂਸ ਆਵੇ, ਪੰਜਾਬ ਦੇ ਲੋਕ ਉਹਨੂੰ ਰਿਸਪੌਂਡ ਕਰੇ। ਤੁਸੀਂ ਥੱਲੇ ਮੀਮ ਬਣਾਈ ਜਾਂਦੇ ਹੋ, ਮਜ਼ਾਕ ਕਰੀ ਜਾਂਦੇ ਹੋ। ਅਗਲਾ CM ਹੈ ਯਾਰ, ਮੈਜੋਰਿਟੀ ਵੋਟਾਂ ਦੇ ਨਾਲ ਜਿੱਤਿਆ ਹੋਇਆ ਅਗਲਾ ਬੰਦਾ ਹੈ, ਠੀਕ ਹੈ, ਤੁਸੀਂ ਉਹਨੂੰ ਮਤਲਬ ਇੱਕ ਮਜ਼ਾਕ ਦਾ ਪਾਤਰ ਹੀ ਬਣਾਇਆ ਹੋਇਆ ਤੁਸੀਂ ਅੱਜ ਬਿਨਾਂ ਵਜ੍ਹਾ ਤੋਂ। ਸੋ ਇਸ ਕਰਕੇ ਆਪਾਂ ਨੂੰ ਵੀ, ਪੰਜਾਬੀਆਂ ਨੂੰ ਵੀ ਕਾਈਂਡ ਆਫ ਇੱਕ ਤਾਂ ਰਿਸਪੈਕਟ ਤਾਂ ਚਾਹੀਦੀ ਹੈ ਨਾ ਉਸ ਚੀਜ਼ ਦੀ, ਉਸ ਬੰਦੇ ਦੀ, ਉਸ ਪੋਸਟ ਦੀ ਇੱਕ ਰਿਸਪੈਕਟ ਕਰੋ, ਠੀਕ ਹੈ। ਸੋਸ਼ਲ ਮੀਡੀਆ ਹਰ ਇੱਕ ਦੇ ਹੱਥ 'ਚ ਆ ਗਿਆ, ਹਰ ਕੁਛ ਆਪਦਾ ਮੂੰਹ ਖੋਲਣ ਲੱਗੇ ਨੂੰ ਆਜ਼ਾਦੀ ਸਮਝਦਾ ਹੈ। ਮੂੰਹ ਖੋਲਣਾ ਆਜ਼ਾਦੀ ਨਹੀਂ ਹੁੰਦਾ। ਆਜ਼ਾਦੀ ਦੀ ਇੱਕ ਲਿਮਿਟੇਸ਼ਨ, ਆਜ਼ਾਦੀ ਦੀ ਕੋਈ ਲਿਮਿਟੇਸ਼ਨ ਹੈ ਨਹੀਂ ਵੈਸੇ, ਪਰ ਤੁਹਾਡੀ ਇੱਕ ਜ਼ੁਬਾਨ ਦੀ ਲਿਮਿਟੇਸ਼ਨ ਹੈ, ਤੁਹਾਡੀ ਇੱਕ ਬੋਲੀ ਦੀ ਲਿਮਿਟੇਸ਼ਨ ਹੁੰਦੀ ਹੈ। ਮੈਂ ਤੁਹਾਨੂੰ ਇੱਕ ਗੱਲ 10 ਤਰੀਕੇ ਨਾਲ ਕਹਿ ਸਕਦਾ, ਉਹਨਾਂ ਵਿੱਚੋਂ 2 ਤਰੀਕੇ ਨਾਲ ਤੁਹਾਨੂੰ ਚੰਗੀ ਲੱਗੂਗੀ, 4 ਤਰੀਕੇ ਨਾਲ ਤੁਹਾਨੂੰ ਨਾਰਮਲ ਲੱਗੂਗੀ, ਠੀਕ ਹੈ। ਬਾਕੀ ਜਿਹੜੇ ਤਰੀਕੇ ਹੋਣਗੇ ਉਹ ਸਾਰੇ ਦੇ ਸਾਰੇ ਬੇਵਕੂਫਾਂ ਵਾਲੇ ਹੋਣਗੇ, ਚਾਹੇ ਉਹ 'ਚ ਗਾਲਾਂ ਹੋਣਗੀਆਂ, ਤੁਸੀਂ ਉਹਨਾਂ ਬਾਕੀ ਤਰੀਕਿਆਂ ਨੂੰ ਐਕਸੈਪਟ ਨਹੀਂ ਕਰੋਗੇ।
ਮੈਕਸਿਮਮ ਮੈਨੂੰ ਬਰਦਾਸ਼ਤ ਕਰ ਸਕਦੇ ਹੋ। ਸੋ ਮੈਂ ਇਹੀ ਗੱਲ ਕਹਿਣਾ, ਆਪਣੀ ਗੱਲ ਕਰਨ ਦਾ ਇੱਕ ਤਰੀਕਾ ਹੋਣਾ ਚਾਹੀਦਾ ਆ। ਸਿਮਰਜੀਤ ਮਾਨ ਦੇ ਵੀ ਜਿੰਨੇ ਸਪੋਰਟਰਸ ਨੇ, ਠੀਕ ਹੈ, ਆ ਇੰਟਰਵਿਊ ਵੀ ਦੇਖਣਗੇ, ਇਸ ਤੋਂ ਬਾਅਦ ਵੀ ਮੈਂ ਕਹੂੰਗਾ ਕਮੈਂਟ ਦੇ ਵਿੱਚ ਅਗਰ ਗੱਲ ਕਰਨੀ ਨਾ, ਇੱਕ ਦਲੀਲ ਦੇ ਨਾਲ ਗੱਲ ਕਰੋ। ਅਗਰ ਤੁਸੀਂ ਉਹਨੂੰ ਅੱਤਵਾਦੀ ਕਹਿ ਰਹੇ ਹੋ, ਸ਼ਹੀਦ ਭਗਤ ਸਿੰਘ ਨੂੰ, ਸ਼ਹੀਦ ਆਜ਼ਮ ਭਗਤ ਸਿੰਘ ਨੂੰ ਤੁਸੀਂ ਅੱਤਵਾਦੀ ਕਹਿ ਰਹੇ ਹੋ, ਤਾਂ ਕੱਲ ਨੂੰ ਤੁਸੀਂ ਬੰਦਾ ਸਿੰਘ ਬਹਾਦਰ ਨੂੰ ਵੀ ਅੱਤਵਾਦੀ ਕਹੋਗੇ। ਸੇਮ ਸੋਚ ਸੀਗੀ ਉਹਨਾਂ ਦੀ ਵੀ, ਕਿਉਂਕਿ ਸਮੇਂ ਦੀ ਹਕੂਮਤ ਦੇ ਖਿਲਾਫ ਕੋਈ ਵੀ ਬੰਦਾ ਕੰਮ ਕਰਦਾ ਹੈ, ਉਹ ਉਸ ਹਕੂਮਤ ਦੇ ਲਈ ਅੱਤਵਾਦੀ ਹੀ ਕਹਾਇਆ ਜਾਂਦਾ ਹੈ। ਜਿਵੇਂ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕਰ ਲਓ, ਜਿੰਨੇ ਵੀ ਹੋਰ ਵੀ ਬੜੇ ਸ਼ਹੀਦ ਹੋਏ ਨੇ, ਇੰਨੇ ਖਾੜਕੂ ਹੋਏ ਨੇ, ਬੱਬਰ ਲਹਿਰ ਹੋਈ ਆ, ਅਕਾਲੀ, ਮਤਲਬ ਇੰਨੀਆਂ ਲਹਿਰਾਂ ਹੋਈਆਂ ਨੇ ਆਪਣੇ ਇੱਥੇ, ਹਨਾ, ਧਰਮ ਯੁੱਧ ਮੋਰਚਾ ਚੱਲਿਆ ਆ, ਉਹ ਸਾਰੇ ਅੱਤਵਾਦੀ ਸੀਗੇ। ਸਾਰਿਆਂ ਨੇ ਸਰਕਾਰ ਦੇ ਖਿਲਾਫ ਗੱਲ ਕੀਤੀ ਆ, ਉੱਥੇ ਬੜੇ ਲੋਕ ਵੀ ਮਰੇ ਨੇ, ਬੜਾ ਕੁਝ ਹੋਇਆ, ਬੜਾ ਮਾਹੌਲ ਪੰਜਾਬ ਦਾ ਬੜਾ ਖਰਾਬ ਰਿਹਾ। ਹੁਣ ਸੇਮ ਮਾਹੌਲ, ਸੇਮ ਦਹਿਸ਼ਤ ਜਾਣ ਬੁੱਝ ਕੇ ਪੈਦਾ ਕੀਤੀ ਜਾ ਰਹੀ ਇਹੋ ਜਿਹੇ ਬਿਆਨ ਦੇ ਕੇ। ਮੈਂ ਤਾਂ ਇਹੋ ਜਿਹੇ ਬਿਆਨਾਂ ਦੀ ਸਖਤ ਵਿਰੋਧਤਾ ਕਰਦਾ। ਉਹਦੇ ਲਈ ਮੈਨੂੰ ਹੋਰ 10 ਗਾਣੇ ਲਿਖਣੇ ਪੈਣ, ਮੈਂ ਲਿਖਣ ਨੂੰ ਤਿਆਰ ਆ। ਮੇਰਾ ਗਾਣਾ ਚੱਲੇ ਨਾ ਚੱਲੇ ਮੈਨੂੰ ਬਿਲਕੁਲ ਫਰਕ ਨਹੀਂ ਪੈਂਦਾ। ਮੈਨੂੰ 1000 ਬੰਦਾ ਵੀ ਸੁਣ ਲਿਆ, ਉਹ 'ਚ 100 ਬੰਦੇ ਨੇ ਵੀ ਸੁਣ ਲਿਆ ਨਾ, ਮੇਰੇ ਲਈ ਬਹੁਤ ਆ, ਮੋਰ ਦੈਨ ਇਨਫ ਆ। ਮੈਂ ਬਹੁਤ ਖੁਸ਼ ਹਾਂ। ਮੈਂ ਤੋਂ ਕੋਈ ਕਰੋੜਾ ਕਮਾਉਣ ਦਾ ਲਾਲਚ ਨਹੀਂ ਰੱਖਦਾ। ਬਿਲਕੁਲ। ਤੁਹਾਨੂੰ ਲੱਗਦਾ ਕਿ ਹੁਣ ਜਿੱਦਾਂ ਸਿਮਰਜੀਤ ਮਾਨ ਨੇ ਇਹ ਬਿਆਨ ਦਿੱਤਾ ਸੀ ਭਗਤ ਸਿੰਘ ਨੂੰ ਲੈ ਕੇ, ਇਸ ਤੋਂ ਬਾਅਦ ਉਹ ਚੀਜ਼ਾਂ ਚੇਂਜ ਹੋਣਗੀਆਂ, ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਫੀਲ ਹੋਊਗੀ ਕਿ ਭਗਤ ਸਿੰਘ ਕੌਣ ਸੀ ਜਿਨ੍ਹਾਂ ਨੇ ਇੰਨਾ ਕੁਝ ਕੀਤਾ, ਜਾਂ ਸਿਮਰਜੀਤ ਮਾਨ ਦੇ ਬਿਆਨ ਦੇ ਉੱਤੇ ਲੋਕ ਉਸੇ ਤਰ੍ਹਾਂ ਚੱਲਦੇ ਰਹਿਣਗੇ? ਦੇਖੋ ਜੀ, ਬੜੀਆਂ ਚੀਜ਼ਾਂ, ਬੜੇ ਕੇਸ ਸੁਣਨ ਦੇ ਵਿੱਚ ਆਉਂਦੇ ਆ, ਹਨਾ, ਕਿ ਬੜੇ ਲੋਕਾਂ ਨੂੰ ਇਹਨਾਂ ਨੇ PR ਕਰਾਇਆ ਹੋਇਆ ਬਾਹਰ। ਹੁਣ ਜਿਨ੍ਹਾਂ ਦੇ ਤਾਂ ਉਹਨਾਂ ਦੇ ਪਰਸਨਲ ਅਹਿਸਾਨ ਨੇ, ਜਾਂ ਜਿਹੜੇ ਨੇ ਪਾਰਟੀ ਦੇ ਨਾਲ ਜੁੜੇ ਹੋਏ ਨੇ ਪਰਸਨਲੀ, ਜਾਂ ਕਿਸੇ ਮੋਟਿਵ ਕਰਕੇ ਜੁੜੇ ਹੋਏ ਨੇ, ਹਨਾ, ਉਹਨਾਂ ਨੇ ਤਾਂ ਲਕੀਰ ਦੇ ਫਕੀਰ ਹੀ ਬਣਨਾ। ਉਹਨਾਂ ਨੂੰ ਬਣਨਾ ਵੀ ਪੈਣਾ, ਉਹਨਾਂ ਦੀ ਜੌਬ ਹੈ, ਉਹਨਾਂ ਦੀ ਜੌਬ ਬਣ ਗਈ ਹੈ ਪਰਮਾਨੈਂਟ, ਇੱਕ ਬੰਦੇ ਦਾ ਅਹਿਸਾਨ ਬਣ ਗਿਆ ਜ਼ਿੰਦਗੀ ਤੇ। ਬਟ ਜਿਹੜੇ ਮੇਰੇ ਵਰਗੇ ਬੰਦੇ ਆ, ਠੀਕ ਹੈ, ਮੈਂ ਆਪ ਹੁਣ ਜਿਹੜਾ ਡਾਕੂ ਡਰਾਮਾ ਤੁਸੀਂ ਦੇਖੋਗੇ, ਸ਼ਾਮ ਬੈਨੇਗਲ ਬਾਲੀਵੁੱਡ ਦੇ ਡਾਇਰੈਕਟਰ ਨੇ, ਉਹਨਾਂ ਨੇ ਬਣਾਇਆ ਸੀ ਇੱਕ ਡਾਕੂ ਡਰਾਮਾ, ਪੰਜਾਬ ਗਵਰਨਮੈਂਟ ਨੇ ਪ੍ਰੋਡਿਊਸ ਕੀਤਾ ਸੀ, ਉਹ 'ਚ ਮੈਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਰੋਲ ਕੀਤਾ ਹੈ। ਮੈਂ ਸਰਾਭੇ ਦੀ ਜੀਵਨੀ ਵੀ ਪੜ੍ਹੀ, ਮੈਂ ਹੋਰ ਗਦਰੀਆਂ ਦੀ ਜੀਵਨੀ ਪੜ੍ਹੀ। ਮੈਂ ਤੁਹਾਨੂੰ ਆਪਣੀ ਲਾਇਬ੍ਰੇਰੀ ਦਿਖਾਉਣਾ, ਮੇਰੇ ਜਿਹੜੀ ਘਰ ਦੇ ਵਿੱਚ ਜੋ ਬੁੱਕਸ ਨੇ ਉਹਦੇ 'ਚ ਬਹੁਤ ਸਾਰੀਆਂ, ਮਤਲਬ 80% ਬੁੱਕਸ ਉਹਨੇ ਸਿਰਫ ਕ੍ਰਾਂਤੀਕਾਰੀਆਂ ਦੀ ਲਾਈਫ ਤੇ ਹੋਊਗੀ, ਠੀਕ ਹੈ ਜੀ। ਹੁਣ ਭਗਤ ਸਿੰਘ ਦੇ ਉੱਪਰ ਵੀ ਜਦੋਂ ਆਪਾਂ ਪੜ੍ਹਦੇ ਹਾਂ, ਇੰਨਾ ਉਹ ਬੰਦਾ ਇੱਕ ਇੰਸਪਾਇਰਿੰਗ ਮੂਮੈਂਟ ਸੀ। ਜਿਵੇਂ ਆਪਾਂ ਇਸ ਟਾਈਮ ਤੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਰਹੇ ਨਾ, ਆਪਾਂ ਤੇ ਕਰੰਟ ਉਹ ਫੀਲ ਕਰ ਰਹੇ ਹਾਂ ਕਿ ਕੀ ਹੋਇਆ ਉਸ ਸਿੱਧੂ ਮੂਸੇਵਾਲੇ ਦੇ ਨਾਲ। ਉਹ ਸੇਮ ਚੀਜ਼ ਉਸ ਟਾਈਮ ਦੇ ਉੱਤੇ ਭਗਤ ਸਿੰਘ ਸੀਗਾ। ਮਤਲਬ ਇੰਨਾ ਵੱਡਾ ਉਹ ਬਣ ਗਿਆ ਸੀਗਾ ਕਿ ਜੇ ਇਹਨੂੰ ਫਾਂਸੀ ਹੋ ਗਈ ਤਾਂ ਅਸੀਂ ਸਾਰੇ ਅੰਗਰੇਜ਼ ਮਰ ਜਾਵਾਂਗੇ। ਅੰਗਰੇਜ਼ ਡਰਨ ਲੱਗ ਗਏ ਸੀ ਉਸ ਟਾਈਮ ਦੇ ਉੱਤੇ, ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਉਹ ਤਾਂ ਗਾਂਧੀ ਕੋਲ ਬਿਠਾ ਕੇ ਉਹਨੂੰ ਗੱਲ ਕਰਦੇ ਹੁੰਦੇ ਸੀ ਕਿ ਬਾਈ ਤੁਸੀਂ ਜੇ ਬਚਾਉਣਾ ਆਪਣਾ ਬੰਦਾ, ਦੇਖ ਲਓ ਵੀ ਅਸੀਂ ਸਹਿਮਤੀ ਨੂੰ ਤਿਆਰ ਆ। ਗਾਂਧੀ ਜੀ ਕਹਿੰਦੇ ਨਹੀਂ, ਮੇਰੀ ਤੇ ਵਿਚਾਰਧਾਰਾ ਦੇ ਅਕੋਰਡਿੰਗ ਇਹ ਚੱਲਦਾ ਨਹੀਂ ਬੰਦਾ, ਇਹਨੂੰ ਤੇ ਰਫਾ ਦਫਾ ਕਰੋ। ਅੱਛਾ, ਉਸ ਤੋਂ ਬਾਅਦ ਫਿਰ ਇਹਨਾਂ ਨੇ, ਗਾਂਧੀ ਨੇ ਤੁਹਾਨੂੰ ਸਿੱਖ ਰਾਜ ਕਿਉਂ ਨਹੀਂ ਦਿੱਤਾ? ਗੱਲ ਤਾਂ ਉਦੋਂ ਫਿਰ 3 ਮੁਲਕਾਂ ਦੀ ਹੋਈ ਸੀਗੀ ਨਾ, ਤੁਹਾਨੂੰ ਕਿਉਂ ਨਹੀਂ ਸਿੱਖ ਰਾਜ ਦਿੱਤਾ? ਫਿਰ ਉਹਨਾਂ ਨੇ ਗੱਲਾਂ ਹੀ ਲਾ ਛੱਡਿਆ। ਫਿਰ ਮੈਂ ਇੱਕ ਪੋਸਟ ਵੀ ਪਾਈ ਸੀ ਪਿੱਛੇ ਜਿਹੇ ਇੱਕ ਰਿਸਰਚ ਦੇ ਵਿੱਚ, ਮੈਂ ਤੁਹਾਨੂੰ ਦਿਖਾਉਣਾ। ਉਹਦੇ ਵਿੱਚ ਦਿੱਲੀ ਦੇ ਵਿੱਚ ਇੱਕ ਇਕੱਠ ਵੀ ਹੋਇਆ ਸੀਗਾ, ਆਜ਼ਾਦੀ ਤੋਂ ਬਾਅਦ ਹੀ ਬਹੁਤ ਵੱਡਾ ਇਕੱਠ ਹੋਇਆ ਸੀਗਾ। ਹਾਂ, ਤੇ ਮੈਂ ਤੁਹਾਨੂੰ ਇੱਕ ਸੈਕਿੰਡ ਇੱਕ ਪੋਸਟ ਦਿਖਾਉਣਾ ਜਿਹਦੇ ਵਿੱਚ ਨਾ ਦਿੱਲੀ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ। ਰੀਅਲ ਸਟੋਰੀ ਹੈ, ਪੰਜਾਬੀ ਸੂਬੇ ਨੂੰ ਲੈ ਕੇ, ਕਿ ਸਾਨੂੰ ਪੰਜਾਬੀ ਸੂਬਾ ਦਿੱਤਾ ਜਾਵੇ। ਖਾਲਿਸਤਾਨ ਦੀ ਮੰਗ ਨਹੀਂ ਸੀ, ਪੰਜਾਬੀ ਸੂਬੇ ਦੀ ਮੰਗ ਸੀਗੀ। ਉਦੋਂ ਇਹਨਾਂ ਨੇ ਪੰਜਾਬੀ ਸੂਬਾ ਵੀ ਨਹੀਂ ਦਿੱਤਾ, ਤੇ ਉਸ ਟਾਈਮ ਦੇ ਉੱਤੇ ਕਿੰਨੇ ਹੀ ਲੋਕ ਸ਼ਹੀਦ ਹੋਏ। ਐਂਡ ਉਹਦੇ ਵਿੱਚ ਨਾ ਆ ਦੇਖੋ, ਮੈਂ ਤੁਹਾਨੂੰ ਇੱਕ ਮਿੰਟ ਦਿੱਲੀ ਵਾਲੀ ਗੱਲ ਕੰਪਲੀਟ ਕਰ ਲਾਂ। 12 ਜੂਨ 1960 ਨੂੰ ਸ਼੍ਰੋਮਣੀ ਗੁਰਦੁਆਰਾ, ਆ ਦੇਖੋ ਜੀ, ਦਿੱਲੀ ਦੀਆਂ ਚੋਣਾਂ ਜਦੋਂ ਹੋਈਆਂ ਨੇ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਨੇ, ਉਸ ਤੋਂ ਬਾਅਦ ਦਿੱਲੀ ਵਿੱਚ ਇੰਨਾ ਇਕੱਠ ਹੁੰਦਾ ਆ ਜਿਹਦੇ ਵਿੱਚ ਹਜ਼ਾਰਾਂ ਲੋਕ ਸ਼ਹੀਦ ਹੁੰਦੇ ਨੇ। ਇਹ ਦੇਖੋ, ਇਹ ਕਿੰਨੇ ਕਰਾਇਆ ਸੀਗਾ? ਇਹ ਬਾਪੂ, ਇਹ ਤੁਹਾਡੇ ਬਾਪੂ ਗਾਂਧੀ ਹਣੀ ਤੇ ਨਹਿਰੂ ਹੋਣਾ ਦੀ ਸੋਚ ਸੀਗੀ। ਇਹ ਸੀਗੀ ਇਹਨਾਂ ਦੀ ਸੋਚ। ਇਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ 12 ਜੂਨ ਦੇ ਵਿੱਚ, ਹਾਂ, ਦਿੱਲੀ ਦੇ ਸਿੱਖਾਂ ਨੇ 25 ਜੂਨ ਨੂੰ ਪੰਡਿਤ ਨਹਿਰੂ ਨੇ ਇੱਕ ਮੈਮੋਰੰਡਮ ਦਿੱਤਾ ਸੀਗਾ, ਜਿਸ ਵਿੱਚ ਸਰਕਾਰੀ ਜ਼ੁਲਮ ਦੀ ਨਿੰਦਾ ਕਰਦਿਆਂ ਹੋਇਆ ਇਸ ਘਟਨਾ ਦੀ ਅਦਾਲਤੀ ਜਾਂਚ ਕਰਾਉਣ ਦੀ ਮੰਗ ਕੀਤੀ ਸੀਗੀ। ਇਹਦੇ ਉੱਤੇ ਸਾਰੇ ਪ੍ਰਧਾਨਾਂ ਨੇ ਸਾਈਨ ਕੀਤੇ ਸੀ, ਜਿੰਨੇ ਵੀ ਸਿੱਖ ਸੀਗੇ, ਵੀ ਤੁਸੀਂ ਜਿਹੜਾ ਦਿੱਲੀ 'ਚ ਕੀਤਾ ਹੈ ਨਾ 12 ਜੂਨ ਨੂੰ, ਬੜੇ ਸਿੱਖ ਮਰੇ ਨੇ। ਇਹ 12 ਜੂਨ 1960 ਦੀ ਗੱਲ ਹੈ। 84 ਤਾਂ ਆਪਾਂ ਬਾਅਦ ਚ ਰੋਵਾਂਗੇ, 84 ਨੂੰ ਤਾਂ ਬਹੁਤ ਕੁਝ ਹੋਇਆ। 1960 ਦੀ ਗੱਲ ਹੈ, ਜਦੋਂ ਸਰਦਾਰਾਂ ਨੂੰ ਮਤਲਬ ਘਸੀਟ ਕੇ ਕੁੱਟਿਆ ਗਿਆ ਸੀ, ਘਸੀਟ ਕੇ। ਇਹਦੇ ਵਿੱਚ ਜੋ ਕੀਤਾ ਗਿਆ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਕੀਤਾ ਗਿਆ ਸੀ। ਇਹ ਸਰਕਾਰ ਦਾ ਬਿਆਨ ਸੀਗਾ।
ਕਿ ਸਿੱਖ ਡਰ ਜਾਣਗੇ ਦਹਿਸ਼ਤ ਤੋਂ ਤੇ ਮੋੜ ਆ ਕੇ ਜਲੂਸ ਜਾਂ ਇਹੋ ਜਿਹਾ ਕੁਝ ਕੰਮ ਨਹੀਂ ਕਰਨਗੇ। ਮੈਂ ਆਪਣੇ ਫੇਸਬੁੱਕ ਤੇ ਵੀ ਸ਼ੇਅਰ ਕੀਤਾ ਹੋਇਆ, ਮੈਂ ਬਿਲਕੁਲ ਨਹੀਂ ਡਰਦਾ, ਨਾ ਮੈਂ ਚੀਜ਼ਾਂ ਦੀ, ਨਾ ਮੈਂ ਹਮੇਸ਼ਾ ਵਿਦ ਪ੍ਰੂਫ ਗੱਲ ਕਰਦਾ ਆ। ਆ ਦੇਖੋ, ਭਾਰਤ ਦੀ ਅਖਬਾਰ ਬਿਲਟਸ ਨੇ ਲਿਖਿਆ ਸੀਗਾ, ਸਰਕਾਰ ਵੱਲੋਂ ਪਾਬੰਦੀ ਬੇਵਕੂਫੀ ਭਰੀ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਲਾਈ ਗਈ ਸੀ। 5000 ਸਿਪਾਹੀਆਂ ਵੱਲੋਂ ਗੁਰਦੁਆਰੇ ਦੇ ਆਲੇ ਦੁਆਲੇ ਘੇਰਾ ਪਾ ਕੇ ਧੱਕਾਸ਼ਾਹੀ ਕੀਤੀ ਗਈ। ਇਹ ਸਾਰਾ ਕੁਝ ਤਿਆਰੀ ਸਰਕਾਰ ਨੇ ਪਹਿਲਾਂ ਹੀ ਕੀਤੀ ਹੋਈ ਸੀਗੀ। ਜਾਪਾਨ ਦਾ ਅਖਬਾਰ ਲਿਖਦਾ ਹੈ ਕਿ ਪੁਲਿਸ ਵੱਲੋਂ ਸਿੱਖਾਂ ਨੂੰ ਲੱਤਾਂ ਤੋਂ ਧੂ ਕੇ ਗੱਡੀਆਂ ਤੋਂ ਲੱਦਦਿਆਂ ਫੋਟੋ ਤੇ ਲਿਖਿਆ ਕਿ ਭਾਰਤ ਦੀ ਪੁਲਿਸ ਨੇ ਸਿੱਖਾਂ ਨੂੰ ਉਵੇਂ ਹੀ ਮਾਰਿਆ ਜਿਵੇਂ ਅੰਗਰੇਜ਼ ਹਿੰਦੁਸਤਾਨੀਆਂ ਨੂੰ ਮਾਰਨਾ ਚਾਹੁੰਦੇ ਸੀਗੇ। ਸੋ ਅਗਰ ਜਿਹੜਾ ਕੁਝ ਅੰਗਰੇਜ਼ ਕਰ ਰਹੇ ਸੀ ਉਸ ਤੋਂ ਬਾਅਦ ਇਹੀ ਇਹਨਾਂ ਸਰਕਾਰਾਂ ਨੇ ਕੀਤਾ ਆ, ਠੀਕ ਆ। ਉਸ ਤੋਂ ਬਾਅਦ ਆਪਣੇ ਹੀ ਬੰਦੇ ਇਹਨਾਂ ਨੂੰ ਪਿੱਟਣ ਦੇ ਲੱਗੇ ਹੋਏ ਆ, ਆਪਣੇ ਹੀ ਬੰਦੇ ਇਹਨਾਂ ਨੂੰ ਇਹੋ ਜਿਹੇ ਕੰਮ ਕਰਨ ਦੇ ਲੱਗੇ ਹੋਏ ਆ ਕਿ ਜਿਹਦੇ ਨਾਲ ਕਈ ਵਾਰੀ ਆਪਣਾ ਹੀ ਸ਼ਰਮ ਸਿਰ ਨਾਲ ਨੀਵਾਂ ਹੋ ਜਾਂਦਾ ਕਿ ਯਾਰ ਅਸੀਂ ਵੀ ਇਹਨਾਂ ਦੀ ਸਪੋਰਟ ਕਰਦੇ ਰਹੇ ਆ, ਅਸੀਂ ਇਹਨਾਂ ਨੂੰ ਚੰਗਿਆਂ ਸਮਝਦੇ ਰਹੇ ਆ। ਮਾਨ ਨੂੰ ਮੇਰੇ ਵਰਗੇ ਲੋਕ ਬਹੁਤ ਚੰਗੇ ਸਮਝਦੇ ਸੀਗੇ ਪਹਿਲਾਂ, ਇਹੋ ਜਿਹੇ ਬਿਆਨਾਂ ਤੋਂ ਬਾਅਦ ਹੁਣ ਪਤਾ ਲੱਗਦਾ ਨਾ ਅਸਲੀਅਤ ਦਾ। ਸੌਰੀ ਤੁਸੀਂ ਕੁਝ ਕਹਿ ਰਹੇ? ਨਹੀਂ, ਮੈਂ ਕਹਿ ਰਹੀ ਸੀ ਕਿ ਤੁਹਾਨੂੰ ਲੱਗਦਾ ਕਿ ਇੱਕ ਟਾਈਮ ਤੇ ਲੋਕ ਵੀ ਭੁੱਲ ਜਾਂਦੇ ਨੇ ਕਿ ਕੀ ਕੁਝ ਕੀਤਾ ਹੈ, ਜਾਂ ਭਗਤ ਸਿੰਘ ਦੀ ਗੱਲ ਕਰ ਲਈਏ ਜਾਂ ਆਪਣੇ ਜਿੰਨੇ ਵੀ ਕੌਮੀ ਹੀਰੇ ਨੇ, ਇੱਕ ਟਾਈਮ ਤੇ ਲੋਕ ਵੀ ਭੁੱਲ ਜਾਂਦੇ ਨੇ ਜਦੋਂ ਕੋਈ ਇਹੋ ਜਿਹੀ ਕੋਈ ਗੱਲ ਆ ਜਾਂਦੀ ਉਹਦੇ ਪਿੱਛੇ ਹੀ ਚੱਲ ਪੈਂਦੇ ਨੇ ਸਾਰੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਾਂ ਕਿ ਇਹ ਥਾਲੀ 'ਚ ਪਏ ਹੋਏ ਗੋਂਗਲੂ ਨੇ ਜਾਂ ਬੈਂਗਣ ਨੇ, ਜਿੱਧਰ ਢਲਾਣ ਮਿਲੀ ਉਧਰ ਰੜ ਗਏ। ਇੱਕ ਸਟੈਂਡ ਵਾਲੀ ਗੱਲ ਹੁੰਦੀ ਹੈ। ਜੇ ਮੈਂ ਅੱਜ ਭਗਤ ਸਿੰਘ ਦੀ ਗੱਲ ਕਰ ਰਿਹਾ ਵਾਂ ਜਾਂ ਮੈਨੂੰ ਜ਼ੋਰ ਲਾ ਲਿਓ ਅਗਰ ਮੈਂ ਇਸ ਗੱਲ ਤੋਂ ਮੁੱਕਰ ਗਿਆ ਤਾਂ ਮੈਂ ਇਸ ਗੱਲ ਤੋਂ ਮੁੱਕਰਦਾ ਹੀ ਨਹੀਂ, ਆ ਰਿਐਲਿਟੀ ਆ। ਅਗਰ ਉਹ ਆਤਵਾਦੀ ਸੀਗਾ ਉਹ ਅੰਗਰੇਜ਼ਾਂ ਦੇ ਲਈ ਸੀਗਾ। ਉਹ ਹੁਣ ਹਿੰਦੁਸਤਾਨ ਇੱਕ ਆਜ਼ਾਦ ਮੁਲਕ ਹੈ, ਇੰਡੀਆ ਇੱਕ ਆਜ਼ਾਦ ਦੇਸ਼ ਹੈ, ਠੀਕ ਹੈ, ਪੰਜਾਬ ਇੱਕ ਆਜ਼ਾਦ ਮੁਲਕ ਹੈ। ਹੁਣ ਸਾਡੇ ਲਈ ਤਾਂ ਉਹ ਹੀਰੋ ਹੈ। ਸਾਨੂੰ ਉਹਨੇ ਆਜ਼ਾਦੀ ਦਿਵਾਉਣ ਲਈ ਛਿੱਤਰ ਖਾ ਲਏ ਵਿਚਾਰੇ ਨੇ, ਇੰਨਾ ਕੁਝ ਕਰ ਲਿਆ, ਜੇਲ੍ਹਾਂ 'ਚ ਰਹਿ ਲਿਆ, ਕਿੰਨੀਆਂ ਸਜ਼ਾਵਾਂ ਹੋ ਗਈਆਂ, ਫਾਂਸੀ ਤੱਕ ਹੋ ਗਈ, ਆਪਣੀ ਫੈਮਿਲੀ ਬਰਬਾਦ ਕਰ ਲਈ। ਯਾਰ ਆਰਾਮ ਨਾਲ ਐਸ਼ ਲੈਂਦਾ, ਜਿਵੇਂ ਸਿਮਰਜੀਤ ਮਾਨ ਦੀ ਹੁਣ ਇੰਨੀ ਪੈਲੀ ਆਰਾਮ ਨਾਲ ਅਗਲਾ ਬਾਬਾ ਐਸ਼ ਲੈਣ ਡਿਆ, ਠੀਕ ਆ। ਹੁਣ ਸਾਰੀ ਉਮਰ ਵਧੀਆ ਨਿਕਲ ਗਈ ਆ, ਪੁਲਿਸ ਦੀ ਨੌਕਰੀ ਕੀਤੀ ਆ, ਸਾਰਾ ਕੁਝ ਕੀਤਾ ਆ ਨਾ, ਐਸ਼ ਨਾਲ ਜ਼ਿੰਦਗੀ ਨਿਕਲ ਗਈ ਆ। ਇੰਨੀ ਕੈਸ਼ ਉਹ ਵੀ ਲੈ ਲੈਂਦਾ। ਗਾਂ ਮੁੰਡਾ ਹੁੰਦਾ, ਉਹਦੇ ਵੀ ਜਵਾਕ ਹੁੰਦੇ, ਆਪਦੀ ਕੋਲ ਸੁਧਾਰਦਾ, ਉਹਨੂੰ ਕੀ ਲੋੜ ਪਈ ਸੀਗੀ ਫਾਂਸੀ ਲੈਣ ਦੀ? ਫਿਰ ਉਹ ਵੀ ਸੋਚਦਾ ਹੋਊਗਾ ਇਸ ਟਾਈਮ ਦੇ ਉੱਤੇ ਬੈਠਾ ਕਿ ਮੈਂ ਜਿਨ੍ਹਾਂ ਲਈ ਕੁਝ ਕਰ ਦਿੱਤਾ ਨਾ, ਉਹ ਮੈਨੂੰ ਲੱਗਦਾ ਇਸ ਲਾਇਕ ਨਹੀਂ ਸੀਗੇ। ਜਿੰਨੇ ਕੁ ਫੇਸਬੁੱਕ ਤੇ ਵਿਦਵਾਨ ਬਣ ਕੇ ਥੱਲੇ ਕਮੈਂਟ ਕਰ ਰਹੇ ਨੇ ਨਾ, ਸਮੇਂ ਦੀ ਹਕੂਮਤ ਦਾ ਵਿਰੋਧ ਕਰਦਾ ਹਰੇਕ ਬੰਦਾ ਹੀ ਆਤੰਕਵਾਦੀ ਹੈ ਇਸ ਟਾਈਮ ਤੇ। ਅਗਰ ਸਿਮਰਜੀਤ ਮਾਨ ਵਿਰੋਧ ਕਰੂਗਾ ਤਾਂ ਉਹ ਵੀ ਆਤੰਕਵਾਦੀ ਹੈ। ਅਗਰ ਭਿੰਡਰਾਣਾ ਨੇ ਕੀਤਾ ਸੀਗਾ ਸਰਕਾਰ ਦੇ ਲਈ, ਉਹ ਵੀ ਆਤੰਕਵਾਦੀ ਹੈ। ਭਗਤ ਸਿੰਘ ਨੇ ਕੀਤਾ ਸੀਗਾ ਤਾਂ ਉਹ ਸਰਕਾਰ ਦੇ ਲਈ ਆਤੰਕਵਾਦੀ ਹੈ। ਲੋਕਾਂ ਨੇ ਉਹਨੂੰ ਆਪਣਾ ਆਈਡਲ ਬਣਾਉਣਾ ਹੈ ਜਾਂ ਆਤੰਕਵਾਦੀ ਬਣਾਉਣਾ ਹੈ, ਲੋਕਾਂ ਦੇ ਹੱਥ 'ਚ ਹੈ। ਸੋ ਆਪਣੀ ਸੋਚ ਨੂੰ ਕਿਸੇ ਦੇ ਪਿੱਛੇ ਲੱਗ ਕੇ ਨਾ ਤੁਸੀਂ ਪਲਟੋ, ਆਪਣੀ ਸੋਚ ਨੂੰ, ਆਪਣੇ ਬਿਆਨ ਨਾ ਬਦਲੋ, ਦੋਗਲੇ ਲੋਕ ਨਾ ਬਣੋ। 15 ਅਗਸਤ ਤੇ ਭਗਤ ਸਿੰਘ ਦੇ ਫੋਟੋ ਪਾਉਣ ਵਾਲੇ ਲੋਕ ਹੁਣ ਉਹਨੂੰ ਗਦਾਰ ਨਾ ਕਹੋ, ਅੱਤਵਾਦੀ ਨਾ ਕਹੋ। ਇਹ ਸਭ ਤੋਂ ਗੰਦੀ ਤੇ ਘਿਨਾਉਣੀ ਗੱਲ ਹੋਊਗੀ। ਠੀਕ ਆ, ਤੁਸੀਂ ਸੱਚ ਦਾ ਸਾਥ ਨਹੀਂ ਦੇ ਸਕਦੇ, ਚੁੱਪ ਕੀਤੇ ਰਹੋ, ਇਹਦੇ ਨਾਲੋਂ ਚੰਗਾ। ਕਿਉਂਕਿ ਤੁਸੀਂ ਆਪਣੇ ਗਾਣੇ ਦੇ ਵਿੱਚ ਦੀਪ ਸਿੱਧੂ ਦੀ ਗੱਲ ਕੀਤੀ ਹੈ, ਸੰਦੀਪ ਨੰਗਲਮਗੇ ਦੀ ਗੱਲ ਕੀਤੀ ਹੈ, ਤੁਹਾਨੂੰ ਲੱਗਦਾ ਕਿ ਅਗਰ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਤੇ ਉਹਨਾਂ ਦੇ ਲਈ ਆਲਮੋਸਟ ਇਨਸਾਫ ਜਿਹੜਾ ਉਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ, ਕਿਉਂਕਿ ਉਹਨਾਂ ਦੀ ਗਵਰਨਮੈਂਟ ਐਫਰਟ ਕਰ ਰਹੀ ਹੈ। ਦੋਨਾਂ ਦੇ ਵਾਰੀ ਤੁਹਾਨੂੰ ਲੱਗ ਰਿਹਾ ਕਿ ਹਲੇ ਤੱਕ ਕੁਝ ਵੀ ਨਹੀਂ ਸਾਹਮਣੇ ਆਇਆ ਕਿ ਮੁਜ਼ਰਮਾਂ ਨੂੰ ਫੜਿਆ ਗਿਆ ਹੋਵੇ ਜਾਂ ਕੋਈ ਵੀ ਚੀਜ਼ ਸਾਹਮਣੇ ਆਈ ਹੋਵੇ? ਮੈਂ ਜੀ ਇਹ ਤਾਂ ਕਰੰਟ ਸਰਕਾਰ ਨੂੰ ਆਪਾਂ ਰਿਕੁਐਸਟ ਹੀ ਕਰ ਸਕਦੇ ਹਾਂ ਕਿ ਅਗਰ ਜਿੰਨਾ ਸਰਕਾਰਾਂ ਦੇ ਦੌਰਾਨ, ਮਤਲਬ ਜਿਨ੍ਹਾਂ ਦੇ ਦੌਰਾਨ ਇਹ ਸਭ ਕੁਝ ਹੋਇਆ ਆ, ਉਹ ਇਹਨਾਂ ਦੋਨਾਂ ਵਿਚਾਰਿਆਂ ਦੇ ਵੀ, ਇਹਨਾਂ ਦੇ ਘਰ ਦੇ ਵੀ ਇਨਸਾਫ ਦੀ ਵੇਟ ਕਰ ਰਹੇ ਹੋਣੇ ਆ। ਚਾਹੇ ਅਗਲੇ ਨੂੰ ਪਤਾ ਹੈ ਚਾਹੇ ਨਹੀਂ, ਦੁਨੀਆ ਵੀ ਵੇਟ ਕਰ ਰਹੀ ਆ। ਤਾਂ ਪਲੀਜ਼ ਇਹਨਾਂ ਨੂੰ ਤੁਸੀਂ ਇਨਸਾਫ ਜ਼ਰੂਰ ਦਿਓ। ਭਗਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਤਾਂ ਮੈਂ ਕਹਿੰਦਾ ਵੀ ਯੋਧੇ ਜਿਹੜੇ ਨੇ ਉਹ ਅੱਗੇ ਆਉਣ। ਸਿੱਧੂ ਬਾਈ ਦੇ ਲਈ ਆਲਰੇਡੀ ਪੂਰਾ ਵਰਡ ਐਫਰਟ ਕਰ ਰਿਹਾ, ਜਿਹੜੀ ਕਿ ਬਹੁਤ ਵਧੀਆ ਗੱਲ ਹੈ ਕਿ ਅਗਰ ਆਪਾਂ ਇਸ ਤਰੀਕੇ ਦੇ ਨਾਲ ਆਪਣੀਆਂ ਚੀਜ਼ਾਂ ਨੂੰ ਅੱਗੇ ਮਨਵਾਵਾਂਗੇ, ਸਰਕਾਰ ਤੋਂ ਮੰਗਾਂ ਰੱਖਾਂਗੇ, ਇਸ ਤਰੀਕੇ ਨਾਲ ਮੈਂ ਕਹਿੰਦਾ ਇਹ ਇਨਸੀਡੈਂਟ ਦੁਬਾਰਾ ਰਿਪੀਟ ਹੋਣੇ ਵੀ ਬੰਦ ਹੀ ਹੋ ਜਾਣਗੇ। ਆਹ ਇਨਸੀਡੈਂਟ ਦੁਬਾਰਾ ਰਿਪੀਟ ਨਹੀਂ ਹੋਣਗੇ, ਅਸੀਂ ਹੋਰ ਕਿਸੇ ਹੀਰੇ ਨੂੰ ਖੋਵਾਂਗੇ ਨਹੀਂ ਇਹੋ ਜਿਹੇ ਐਨਕਾਊਂਟਰਾਂ 'ਚ। ਵੈਸੇ ਹੁਣ ਲੱਗਦਾ ਨਹੀਂ ਕਿ ਕਹਿੰਦੇ ਹਨ ਕਿ ਹੁਣ ਜੇ ਮਾਨ ਸਰਕਾਰ ਵੀ ਆਈ ਹੈ ਤੇ ਕਾਫੀ ਚੀਜ਼ਾਂ ਵਿਗੜੀਆਂ ਵੀ, ਜੇ ਸਹੀ ਵੀ ਹੋਈਆਂ ਤੇ ਕਾਫੀ ਵਿਗੜੀਆਂ ਵੀ, ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਗਿਆ, ਸੰਦੀਪ ਨੰਗਲਮ ਗਿਆ, ਕਿੰਨੀਆਂ ਚੀਜ਼ਾਂ ਖਰਾਬ ਵੀ ਹੋਈਆਂ ਜਾ ਰਹੀਆਂ ਨੇ। ਜੀ ਇਹਦੇ ਵਿੱਚ ਮੈਂ ਸਭ ਤੋਂ ਵੱਧ ਜਿਹੜਾ ਕਹਿਣਾ ਕਿ ਅਗਰ ਕੁਝ ਚੀਜ਼ਾਂ ਗਲਤ ਵੀ ਹੋਈਆਂ ਨੇ, ਠੀਕ ਹੈ, ਜਿਹੜੀਆਂ ਚੀਜ਼ਾਂ ਬਹੁਤ ਗਲਤ ਹੋ ਗਈਆਂ ਨੇ, ਜਾਂ ਤਾਂ ਉਹਨੂੰ ਕਿਸੇ ਨੂੰ ਮਾਫ ਕਰ ਸਕਦੇ ਹਾਂ ਜਾਂ ਉਹ ਤੋਂ ਇਨਸਾਫ ਲੈ ਸਕਦੇ ਹਾਂ। ਦੋਨੋਂ ਚੀਜ਼ਾਂ ਹੀ ਹੁੰਦੀਆਂ ਨੇ, ਹਨਾ। ਅਗਰ ਦੋਨੋਂ ਹੀ ਆਪਾਂ ਕਰ ਦਈਏ ਤਾਂ ਆਪਾਂ ਬਹੁਤ ਵੱਡੇ ਆ ਇਸ ਚੀਜ਼ ਦੇ ਵਿੱਚ। ਠੀਕ ਹੈ, ਆਪਾਂ ਭੁੱਲ ਨਹੀਂ ਸਕਦੇ, ਨਾ ਭੁੱਲਣ ਵਾਲੀਆਂ ਚੀਜ਼ਾਂ ਹੈਗੀਆਂ ਨੇ,
ਪਰ ਮੈਂ ਇਸ ਚੀਜ਼ ਦਾ ਕੱਲਾ ਸਰਕਾਰ ਨੂੰ ਬਲੇਮ ਦਵਾਂ, ਮੈਨੂੰ ਲੱਗਦਾ ਮੈਂ ਇਸ ਇੰਨਾ ਜੇ ਸਿਆਣਾ ਨਹੀਂ ਜਾਂ ਮੈਂ ਇੰਨਾ ਵੱਡਾ ਰਿਸਰਚਰ ਨਹੀਂ ਹੋਊਗਾ। ਮੈਂ ਉਹਨਾਂ ਚੀਜ਼ਾਂ ਨੇ ਹਰੇਕ ਥਾਟ ਦੇ ਪਿੱਛੇ ਮੈਂ ਡੀਪਲੀ ਉਸ ਚੀਜ਼ ਦੇ ਪਿੱਛੇ ਅਜੇ ਤੱਕ ਮਤਲਬ ਪੜਤਾਲ ਨਹੀਂ ਕੀਤੀ ਕਿ ਐਕਚੁਅਲ ਕੀ ਕਾਰਨ ਹੋ ਸਕਦਾ ਆ ਇਹਨਾਂ ਦੀ, ਹਨਾ, ਇਹਨਾਂ ਦੀ ਡੈਥ ਦਾ। ਬਟ ਜਿੱਥੋਂ ਤੱਕ ਮੈਂ ਸੋਚਦਾ ਕਿ ਅਗਰ ਉਹਦੇ ਵਿੱਚ ਸਰਕਾਰ ਦੀ ਗਲਤੀ ਰਹੀ ਆ ਤਾਂ ਸਰਕਾਰ ਉਸ ਡੈਮੇਜ ਨੂੰ ਰਿਕਵਰ ਕਰਨ ਲਈ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਐਫਰਟ ਕਰ ਰਹੀ ਆ ਹੁਣ, ਠੀਕ ਆ। ਤਾਂ ਇੱਕ ਵਾਰੀ ਕਰੰਟਲੀ ਹੁਣ ਉਹਨੂੰ ਥੋੜਾ ਪੋਜ਼ਿਟਿਵ ਵੇ ਦੇ ਨਾਲ ਲੈ ਕੇ ਉਹਦੀ ਸਪੋਰਟ ਕਰੋ ਸਰਕਾਰ ਦੀ। ਕੀ ਪਤਾ ਅਗਲਾ ਬੰਦਾ ਯਾਰ ਤੁਹਾਡੇ ਲਈ ਇੰਨਾ ਸੋਚਦਾ ਆ, ਉਹ ਵੀ ਭਗਤ ਸਿੰਘ ਨੂੰ ਮੰਨਣ ਵਾਲਾ ਬੰਦਾ ਆ, ਭਗਵੰਤ ਮਾਨ ਵੀ ਬਾਈ, ਹਨਾ, ਸਾਡੇ ਸੀਐਮ ਸਾਹਿਬ ਨੇ, ਤਾਂ ਉਹ ਉਹਨਾਂ ਦਾ ਵੀ ਅਗਰ ਥਾਟ ਹੈਗਾ ਆ ਪੰਜਾਬ ਨੂੰ ਵਧੀਆ ਬਣਾਉਣ ਦਾ, ਦੇਖੋ ਚਾਂਸ ਦੇਣਾ ਤੁਹਾਨੂੰ ਬਣਦਾ ਆ। ਜੇ ਥੋੜਾ ਵੇਟ ਕਰ ਲਈਏ, ਥੋੜਾ ਸਬਰ ਕਰ ਲਈਏ ਆਪਾਂ, 2 ਮਹੀਨੇ ਤੇ ਕਿਸੇ ਦੇ ਕੋਲ ਜਾਦੂ ਦੀ ਛੜੀ ਨਹੀਂ ਹੁੰਦੀ, ਇੰਨਾ ਤਾਂ ਕਾਰਜਕਾਰ ਸਮਝਦਾ ਹੀ ਲੱਗ ਜਾਂਦੇ ਆ। ਆਪਾਂ ਨਵੇਂ ਫਲੈਟ ਚ ਆਉਣੇ ਮਹੀਨਾ ਦੇ ਆਪਾਂ ਨੂੰ ਨਹੀਂ ਪਤਾ ਲੱਗਦਾ ਕਿੱਧਰੋਂ ਵੜਨਾ, ਕਿੱਧਰ ਜਾਣਾ, ਕੀ ਕਰਨਾ, ਹਨਾ। ਤਾਂ ਉਹ ਤਾਂ ਫਿਰ ਸਰਕਾਰ ਦੀ ਗੱਲ ਹੈ। ਸੋ ਥੋੜਾ ਟਾਈਮ ਦੇਈਏ, ਮੈਂ ਕਹਿੰਦਾ ਬਹੁਤੇ ਕਾਲੇ ਪੈ ਗਏ ਆਪਾਂ ਕੰਮ ਵਿਗਾੜੀਏ ਨਾ, ਕਿ ਜੇ ਬਾਬਾ ਕੀ ਪਤਾ ਆਪਣਾ ਬੰਦਾ ਵਧੀਆ ਹੋਵੇ, ਉਹਨੂੰ ਟਾਈਮ ਲੱਗ ਰਿਹਾ ਹੋਵੇ ਤੇ ਕਾਲੀ ਅੱਗੇ ਟੋਏ, ਫਿਰ ਕੰਮ ਕਦੇ ਨਾ ਹੋਏ, ਉਹ ਕੰਮ ਨਾ ਬਣ ਜੇ ਬਸ। ਦੀਪ ਸਿੱਧੂ ਦਾ ਨਾਮ ਜੋੜਦਾ ਸੀ ਸਿਮਰਜੀਤ ਮਾਨ ਨਾਲ, ਕਿਉਂਕਿ ਸਾਰੀ ਬਹੁਤ ਸਪੋਰਟ ਕੀਤੀ ਉਹਨਾਂ ਨੇ ਹਮੇਸ਼ਾ ਤੋਂ ਹੀ। ਜਦੋਂ ਜਿਉਂਦੇ ਸੀ ਸਿਮਰਜੀਤ ਮਾਨ ਨੇ ਉਹਨਾਂ ਨੂੰ ਜਿਤਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਹਾਲਾਂਕਿ ਕੁਝ ਇਹੋ ਜਿਹਾ ਹੈ ਜੋ ਕਿਸੇ ਨੂੰ ਮਨਜ਼ੂਰ ਨਹੀਂ ਸੀ, ਉਹ ਇਸ ਦੁਨੀਆ ਨੂੰ ਛੱਡ ਕੇ ਚਲ ਗਏ। ਪਰ ਉਦੋਂ ਨਹੀਂ ਜਿੱਤੇ, ਪਰ ਅੱਜ ਉਹ ਜਿੱਤ ਰਹੇ ਨੇ। ਤਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਦੀਪ ਸਿੱਧੂ ਦਾ ਇਸ ਤਰੀਕੇ ਨਾਲ ਜਾਣਾ ਕਾਫੀ ਇਫੈਕਟ ਕਰਦਾ ਹੈ। ਮੈਂ ਜੀ ਐਕਚੁਅਲ ਦੇ ਵਿੱਚ ਹੋ ਸਕਦਾ ਆ ਇਹ ਪੋਲੀਟੀਕਲ ਗੇਮ ਵੀ ਹੋਵੇ, ਉਹਨਾਂ ਦਾ ਜਾਣਾ ਕਿਸੇ ਲਈ ਬੈਨੀਫਿਟ ਤੇ ਗਿਆ ਹੋਵੇ, ਹੋ ਵੀ ਸਕਦਾ ਹੈ, ਇਹ ਪੋਸੀਬਿਲਿਟੀ ਹੈਗੀ ਆ। ਕਿਸੇ ਪਹਿਲੂ ਨੂੰ ਨਾ ਨਹੀਂ ਕੀਤੀ ਜਾਂਦੀ। ਮੈਂ ਤਾਂ ਰਿਕੁਐਸਟ ਇਹ ਕਰਦਾ ਸੀਬੀਆਈ ਨੂੰ ਵੀ ਕਹਿੰਦਾ ਕਿ ਜੋ ਵੀ ਹੈਗੀ ਆ ਨਾ, ਉਹ ਨਿਰਪੱਖ ਹੋ ਕੇ, ਪਾਰਟੀ ਨਿਰਪੱਖ ਹੋ ਕੇ, ਧਰਮ ਨਿਰਪੱਖ ਹੋ ਕੇ ਇੱਕ ਵਾਰੀ ਜਾਂਚ ਸਾਹਮਣੇ ਆਉਣੀ ਚਾਹੀਦੀ ਹੈ, ਤਾਂ ਕਿ ਸਾਨੂੰ ਐਕਚੁਅਲ ਚੀਜ਼ ਦਾ ਪਤਾ ਲੱਗੇ ਵੀ ਉਹਨਾਂ ਦੀ ਮੌਤ ਦਾ ਕਾਰਨ ਕੀ ਸੀਗਾ। ਅਗਰ ਐਕਸੀਡੈਂਟ ਹੀ ਸੀਗਾ ਅਸੀਂ ਉਹ ਵੀ ਐਕਸੈਪਟ ਕਰਨ ਵਾਲੇ ਬਣੀਏ, ਅਗਰ ਕੋਈ ਪੋਲੀਟੀਕਲ ਏਜੰਡਾ ਸੀਗਾ ਉਹ ਵੀ ਐਕਸੈਪਟ ਕਰਨ ਵਾਲੇ ਬਣੀਏ। ਹਾਂ, ਬਟ ਇਹ ਹੈ ਕਿ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਹਨਾ, ਉਹ ਵਾਲੀ ਗੱਲ ਜਿਹੜੀ ਉਹ ਹੋ ਗਈ ਆ। ਤੇ ਹਨਾ, 2 ਯੋਧੇ ਗਏ, ਦੋਵਾਂ ਯੋਧਿਆਂ ਦੇ ਸਿਰ ਦੇ ਉੱਤੇ ਜਾਣ ਤੋਂ ਬਾਅਦ ਉਹਨਾਂ ਦੇ ਸਿਰ ਤੇ ਵੋਟਾਂ ਮੰਗੀਆਂ ਗਈਆਂ ਨੇ। ਤੁਹਾਨੂੰ ਪਤਾ ਸਿਆਸਤ ਹੋਈ ਹੈ, ਠੀਕ ਹੈ। ਪੋਲੀਟਿਕਸ ਹੋਣ ਤੋਂ ਬਾਅਦ ਫਿਰ ਕੀ ਕਹਿੰਦੇ ਨੇ, ਉਹਦਾ ਬੈਨੀਫਿਟ ਲਿਆ ਗਿਆ ਇੱਕ ਬੰਦੇ ਵੱਲੋਂ, ਐਂਡ ਉਸੇ ਬੰਦੇ ਵੱਲੋਂ ਫਿਰ ਭਗਤ ਸਿੰਘ ਨੂੰ ਮਾੜਾ ਕਿਹਾ ਗਿਆ। ਮੈਨੂੰ ਮੇਰੇ ਪਰਸਪੈਕਟਿਵ ਤੋਂ ਵੀ ਇਹੀ ਲੱਗਦੀ ਹੈ ਚੀਜ਼, ਮਤਲਬ 50% ਮੈਂ ਇਸ ਚੀਜ਼ ਨਾਲ ਐਗਰੀ ਹਾਂ ਕਿ ਇਦਾਂ ਹੋ ਸਕਦਾ, ਇਹ ਪੋਸੀਬਿਲਿਟੀ ਹੋ ਸਕਦੀ ਆ। ਬਟ ਅਗਰ ਨਹੀਂ ਤਾਂ ਉਸ ਚੀਜ਼ ਦੀ ਜਿਹੜੀ ਆ ਉਹ ਜਾਂਚ ਕੀਤੀ ਜਾਵੇ ਤੇ ਰਿਐਲਿਟੀ ਸਾਹਮਣੇ ਆਵੇ। ਤੁਸੀਂ ਕਿਹੜੇ ਹੋਰ ਮੁੱਦੇ ਆ ਜਿਨ੍ਹਾਂ ਤੇ ਮਤਲਬ ਅੱਗੇ ਲਿਖ ਰਹੇ ਹੋ, ਜਾਂ ਕਿਹੋ ਜਿਹੀ ਚੀਜ਼ਾਂ ਜੋ ਲੈ ਕੇ ਆਉਣਾ ਚਾਹੁੰਦੇ ਹੋ ਲੋਕਾਂ ਸਾਹਮਣੇ? ਮੈਂ ਉਹਨਾਂ ਚੀਜ਼ਾਂ ਦੇ ਉੱਤੇ ਹੁਣ ਲਿਖਣਾ ਪਸੰਦ ਕਰ ਰਿਹਾ, ਜਿਵੇਂ ਮਤਲਬ ਲੋਕਾਂ ਦਾ ਦੋਗਲਾਪਣ ਹੋ ਜਾਣਾ, ਹਨਾ, ਹਰ ਚੀਜ਼ ਦੇ ਵਿੱਚ ਡਬਲ ਸਟੈਂਡਰਡ ਦਿਖਾਉਣੇ ਆਪਣੇ, ਠੀਕ ਆ। ਆਪਣੇ ਬੰਦਿਆਂ ਨਾਲ ਧੋਖਾ ਕਰ ਜਾਣਾ, ਆਪਣੇ ਹੀਰੋ ਨੂੰ ਮਾੜਾ ਕਹਿ ਜਾਣਾ, ਆਪਣੀ ਕੌਮ ਦਾ ਮਜ਼ਾਕ ਉਡਾਉਣਾ, ਠੀਕ ਆ। ਜੇ ਕਿਸੇ ਦੀ ਕੌਮ ਦਾ ਮਜ਼ਾਕ ਉਡਾਉਣਾ, ਕਿਸੇ ਵੀ ਮਜ਼ਹਬ ਦਾ ਮਜ਼ਾਕ ਉਡਾਉਣਾ, ਸਿੱਖ ਧਰਮ ਦੇ ਵਿੱਚ ਕੀ ਕਿਸੇ ਧਰਮ ਦੇ ਵਿੱਚ ਵੀ ਮਨਾਹੀ ਹੈ, ਠੀਕ ਆ। ਉਹ ਲੋਕ ਧਰਮ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਧਰਮ ਤੋਂ ਵੀ ਉੱਤੇ ਸਾਬਤ ਕਰਕੇ ਫਿਰ ਉਹ ਲੋਕ ਮਤਲਬ ਕਿਸੇ ਧਰਮ ਦਾ ਮਜ਼ਾਕ ਉਡਾਉਂਦੇ ਨੇ। ਮੈਂ ਇਹ ਚੀਜ਼ਾਂ ਪਰਸਨਲੀ ਫੀਲ ਕੀਤੀਆਂ ਨੇ। ਮੈਂ ਮਤਲਬ ਇਸ ਤਰੀਕੇ ਨਾਲ ਮਜ਼ਾਕ ਨਹੀਂ ਮਤਲਬ ਟੀਜ਼ਿੰਗ ਨਹੀਂ ਦੇਖ ਸਕਦੇ ਆਪਾਂ, ਨਾ। ਸੋ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰਨਾ ਉਹ ਬਹੁਤ ਮਾੜੀ ਗੱਲ ਹੈ। ਦਰਸ਼ਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਜੀ, ਸੱਚ ਦਾ ਸੁਨੇਹਾ ਜਿਹੜਾ ਮੈਂ ਬਹੁਤ ਦਿਲੋਂ ਲਿਖਿਆ ਆ। ਤੁਸੀਂ, ਮੈਂ ਨਹੀਂ ਕਹਿੰਦਾ ਕਿ ਤੁਸੀਂ ਇਹਨੂੰ ਨੋਰਮਲ ਗਾਣਿਆਂ ਵਾਂਗ ਲੈ ਕੇ ਡੇਲੀ ਸੁਣੋ ਜਾਂ ਸ਼ੇਅਰ ਕਰੋ, ਬਟ ਇੱਕ ਵਾਰ ਜ਼ਰੂਰ ਸੁਣੋ ਤਾਂ ਕਿ ਆਪਾਂ ਇਹ ਗਾਣਾ ਜਿਹੜਾ ਆ ਇਹਨੂੰ ਆਪਾਂ ਲੋਕਾਂ ਤੱਕ ਪਹੁੰਚਾ ਸਕੀਏ। ਮੈਂ ਤੁਹਾਨੂੰ ਇਹਦਾ ਇੱਕ ਬੋਲ ਸੁਣਾਉਣਾ ਹੈ ਜਿਹੜੇ ਮੈਂ
ਇਹ ਗੀਤ ਸੁਖਬੀਰ ਗਿੱਲ ਵੱਲੋਂ ਗਾਇਆ ਗਿਆ ਹੈ ਤੇ ਲਿਖਿਆ ਵੀ ਗਿਆ ਹੈ। ਤੁਸੀਂ ਜ਼ਰੂਰ ਸੁਣੋ ਤੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਤੁਹਾਨੂੰ ਗੀਤ ਕਿਹੋ ਜਿਹਾ ਲੱਗਿਆ। ਇਸ ਗਾਣੇ ਦੇ ਵਿੱਚ ਹਰ ਉਹ ਗੱਲ ਕੀਤੀ ਗਈ ਹੈ ਜੋ ਅੱਜ ਪੰਜਾਬ ਦਾ ਹਰ ਮੁੱਦਾ ਜਿਹੜਾ ਇਸ ਗਾਣੇ ਦੇ ਵਿੱਚ ਦੱਸਿਆ ਗਿਆ ਹੈ ਕਿ ਭਗਤ ਸਿੰਘ ਦੀ ਗੱਲ ਕਰ ਲਈਏ, ਦੀਪ ਸਿੱਧੂ ਦੀ ਗੱਲ ਕਰ ਲਈਏ ਜਾਂ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਹਰ ਉਹ ਨੌਜਵਾਨ ਜਿਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਲੇਕਿਨ ਉਹ ਅੱਜ ਪੰਜਾਬ ਦੇ ਵਿੱਚ ਹੀ, ਇਸ ਦੇਸ਼ ਦੇ ਵਿੱਚ, ਇਸ ਦੁਨੀਆ ਦੇ ਵਿੱਚ ਮੌਜੂਦ ਨਹੀਂ ਹੈ। ਤੁਸੀਂ ਵੀ ਗਾਣਾ ਸੁਣਿਓ ਤੇ ਆਪਣੇ ਰਿਵਿਊ ਸਾਨੂੰ ਜ਼ਰੂਰ ਦਿਓ ਕਿ ਤੁਹਾਨੂੰ ਗਾਣਾ ਕਿਸ ਤਰ੍ਹਾਂ ਲੱਗਾ। ਬਾਕੀ ਇੰਟਰਵਿਊਜ਼ ਦੇ ਦੇਖਦੇ ਰਹੋ ਤੁਸੀਂ ਆਉਂਦੇ। ਸੱਚ ਦਾ ਸੁਨੇਹਾ ਉਹ ਗੀਤ ਜਿਸ ਗੀਤ ਦੇ ਵਿੱਚ ਇੱਕ ਇੱਕ ਬੋਲ ਜਿਹੜੇ ਨੇ ਸੱਚ ਲਿਖੇ ਹੋਏ ਨੇ। ਤੁਸੀਂ ਵੀ ਜ਼ਰੂਰ ਸੁਣੋ ਇਹ ਗੀਤ ਤੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਤੁਹਾਨੂੰ ਇਹ ਗੀਤ ਕਿਸ ਤਰ੍ਹਾਂ ਲੱਗਾ, ਕਿਉਂਕਿ ਇਸ ਗਾਣੇ ਦੇ ਵਿੱਚ ਦੀਪ ਸਿੱਧੂ ਦੀ, ਸੰਦੀਪ ਨੰਗਲ ਅੰਬੀਆ ਸਿੱਧੂ ਸੱਚ ਦਾ ਸੁਨੇਹਾ ਉਹ ਗੀਤ ਜਿਸ ਗੀਤ ਦਾ ਇੱਕ ਇੱਕ ਬੋਲ ਜਿਹੜਾ ਸੱਚ ਲਿਖਿਆ ਹੋਇਆ। ਤੁਸੀਂ ਵੀ ਜ਼ਰੂਰ ਸੁਣੋ ਇਹ ਗੀਤ ਤੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਗੀਤ। ਇਸ ਗਾਣੇ ਦੇ ਵਿੱਚ ਦੀਪ ਸਿੱਧੂ, ਸੰਦੀਪ ਨੰਗਲ ਅੰਬੀਆ, ਸਿੱਧੂ ਮੂਸੇਵਾਲਾ, ਭਗਤ ਸਿੰਘ, ਹਰ ਉਹ ਗੱਲ ਇਹਨਾਂ ਦੀ ਕੀਤੀ ਗਈ ਹੈ ਜਿਨ੍ਹਾਂ ਨੇ ਇਸ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਹੈ। ਸੋ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਇਹ ਗੀਤ ਸੁਣ ਕੇ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ। ਬਾਕੀ ਇੰਟਰਵਿਊਜ਼ ਦੇ ਲਈ ਤੁਸੀਂ ਇੱਦਾਂ ਹੀ ਦੇਖਦੇ ਰਹੋ ਔਨ 에ਅਰ।